Hi guys, welcome in Agaz the Revival. Deepshika Brad signing in today. Alberta has entered in phase 2 vaccination rollover today with AstraZeneca vaccine. And all Albertans ਜਿਨ੍ਹਾਂ ਨੂੰ ਕੋਈ ਵੀ severe chronic illness ਨਹੀਂ aged 50 to 64 ਤੇ First Nation Métis ਦੇ Inuit individuals 35 ਸਾਲ ਤੋਂ 49 ਸਾਲ ਦੇ ਵਿੱਚ ਉਹਨਾਂ ਨੂੰ ਅੱਜ ਜਿਹੜੇ ਵੈਕਸੀਨੇਸ਼ਨ ਨੇ ਉਹ ਲੱਗਣੇ ਸ਼ੁਰੂ ਹੋ ਗਏ ਨੇ ਬੁਕਿੰਗ ਸਟਾਰਟ ਹੋ ਗਈਆਂ ਨੇ ਬਹੁਤ ਸਵਾਲ ਨੇ ਜ਼ਹਿਨ ਵਿੱਚ ਅਲੱਗ-ਅਲੱਗ ਵੈਕਸੀਨੇਸ਼ਨਸ ਲਈ ਐਜ਼ ਯੂ ਨੋ ਹੁਣ ਤੱਕ ਫਾਈਜ਼ਰ ਮੋਡਰਨਾ ਤੇ ਰੀਸੈਂਟਲੀ ਅਪਰੂਵਡ ਜੌਨਸਨ ਐਂਡ ਜੌਨਸਨ ਤੇ ਐਸਟਰਾਜ਼ੈਨੇਕਾ today I invited Dr. Anmol Kapoor in podcast tonight ਉਹਨਾਂ ਨਾਲ ਗੱਲਬਾਤ ਕਰਦੇ ਹਾਂ so hello Dr. Kapoor, how are you doing? Everything is good. Thank you so much for having me and on your podcast. I'm honored. ਬੜੇ ਸਾਲਾਂ ਬਾਅਦ ਤੁਹਾਨੂੰ ਮਿਲ ਰਹੇ ਹਾਂ ਦੁਬਾਰਾ ਮੀਡੀਆ ਦੇ ਵਿੱਚ. Welcome back. Thank you. And at last there is a light at the end of the tunnel. ਕਿਉਂਕਿ ਹੁਣ ਜਿਵੇਂ ਆਪਣੀਆਂ ਵੈਕਸੀਨੇਸ਼ਨ ਆ ਰਹੀ ਹੈ so we can see a light at the end of the tunnel. ਹੁਣ ਜਿਵੇਂ ਅੱਜ ਵੈਕਸੀਨੇਸ਼ਨ ਜਨਰਲ ਪਬਲਿਕ ਲਈ ਓਪਨ ਕਰ ਦਿੱਤੀ ਗਈ ਹੈ ਐਂਡ ਪਰ ਇੱਥੇ ਚੋਇਸ ਦਿੱਤੀ ਗਈ ਹੈ ਪਬਲਿਕ ਨੂੰ ਕਿ ਤੁਸੀਂ ਵੈਕਸੀਨ ਲੈਣਾ ਹੈ ਕਿ ਨਹੀਂ ਲੈਣਾ ਐਜ਼ ਅ ਮੈਡੀਕਲ ਪ੍ਰੋਫੈਸ਼ਨਲ ਵਾਟ ਯੂ ਸੁਜੈਸਟ ਦੇਖੋ ਮੈਂ ਰਿਕਮੈਂਡ ਕਰਾਂਗਾ ਕਿ ਜੋ ਵੈਕਸੀਨ ਜੇ ਤੁਹਾਨੂੰ ਮਿਲਦਾ ਹੈ ਤੁਸੀਂ ਲਗਵਾ ਦੇਖੋ ਇਸ ਵੇਲੇ ਜ਼ਰੂਰੀ ਹੈ ਸਾਨੂੰ ਇਹ ਨਹੀਂ ਪਤਾ ਤੁਸੀਂ ਤੁਹਾਡੀ ਬਾਡੀ ਕਿਵੇਂ ਰਿਐਕਟ ਕਰੇਗੀ ਜੇ ਤੁਸੀਂ ਐਕਸਪੋਜ਼ ਹੋ ਜਾਂਦੇ ਹੋ ਕੋਵਿਡ ਨੈਚੁਰਲੀ ਹੈਗਾ ਦੇਖੋ 97% ਚਾਂਸ ਹੈਗਾ ਤੁਹਾਨੂੰ ਤੁਹਾਡੀ ਮੌਤ ਨਹੀਂ ਹੋਏਗੀ 2-3% ਚਾਂਸ ਹੋ ਸਕਦਾ ਕਿਸੇ ਨੂੰ ਸੀਰੀਅਸ ਕੰਪਲਿਕੇਸ਼ਨ ਹੋ ਸਕਦੀਆਂ ਨੇ ਆਈਸੀਯੂ ਸਟੇ ਲੰਬਾ ਹੋ ਸਕਦਾ ਹੈ ਤੇ ਕੁਝ ਕੁ ਲੋਕਾਂ ਨੂੰ ਹੋ ਸਕਦਾ ਹੈ 5-10% ਲੋਕਾਂ ਨੂੰ ਕੁਝ ਪ੍ਰੋਲੋਂਗ ਕੋਵਿਡ ਸਿੰਪਟਮਸ ਹੋਣ ਹੈਡੇਕਸ ਮਾਈਗ੍ਰੇਨਸ ਫਟੀਗ ਟਾਇਰਡਨੈਸ palpitations ਇਹ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਮੇਰੇ ਕੋਲ ਹੁਣ ਵੀ ਪੇਸ਼ੈਂਟ ਹੈਗੇ ਜਿਹੜੇ ਇਹਨਾਂ ਨੂੰ ਅਕਤੂਬਰ-ਨਵੰਬਰ ਦੇ ਵਿੱਚ ਕੋਵਿਡ ਹੋਇਆ ਸੀ ਤੇ ਅੱਜ ਵੀ ਉਹਨਾਂ ਨੂੰ ਮਾਈਗ੍ਰੇਨਸ ਹੁੰਦੇ ਨੇ ਸੋ ਉਹ ਸਿੰਪਟਮ ਲੱਕ ਆਫ ਦਾ ਡਰਾ ਕਈ ਲੋਕਾਂ ਨੂੰ ਕੋਈ ਸਿੰਪਟਮ ਹੈਗੀ ਨਹੀਂ ਆਫਟਰ ਰਿਕਵਰ ਹੋਣ ਤੋਂ ਬਾਅਦ ਸੋ ਇਹ ਲੋਕਾਂ ਨੂੰ ਸਿੰਪਟਮ ਕਦੇ ਹੋਏ ਹੀ ਨਹੀਂ ਕੋਵਿਡ ਹੋ ਗਿਆ ਸੀਗਾ ਉਹਨਾਂ ਲੋਕਾਂ ਦੇ ਵਿੱਚ ਇਮਿਊਨਿਟੀ ਇੰਨੀ ਚੰਗੀ ਸ਼ਾਇਦ ਨਹੀਂ ਹੋਏਗੀ ਹਜੇ ਬਣੀ ਹੋਈ ਐਂਟੀਬਾਡੀਜ਼ ਨਹੀਂ ਚੰਗੀਆਂ ਬਣੀਆਂ ਹੋਣਗੀਆਂ ਸੋ ਮੇਰੀ ਰਿਕਮੈਂਡੇਸ਼ਨ ਇਹੀ ਹੋਏਗੀ ਤੁਸੀਂ ਵੀ ਜੇ ਵੈਕਸੀਨ ਮਿਲਦਾ ਤਾਂ ਜ਼ਰੂਰ ਲਗਾਓ ਨਾਓ ਅਦਰ ਕੁਐਸਚਨ ਜਿਹੜਾ ਅਰਲੀ ਫੇਜ਼ ਸੀ ਉਹਦੇ ਵਿੱਚ ਫਾਈਜ਼ਰ ਤੇ ਮੋਡਰਨਾ ਦੀ ਵੈਕਸੀਨਸ ਲੱਗੇ ਤੇ ਈਵਨ ਜਿਹੜਾ ਫੇਜ਼ 1 ਸੀ ਉਹਦੇ ਵਿੱਚ ਵੀ ਫਾਈਜ਼ਰ ਤੇ ਮੋਡਰਨਾ ਦੇ ਲੱਗੇ ਹੁਣ ਐਸਟਰਾਜ਼ੈਨੇਕਾ ਦੀ ਵੈਕਸੀਨਸ ਆਏ ਪਰ ਐਸਟਰਾਜ਼ੈਨੇਕਾ ਬਾਰੇ ਕਾਫੀ ਕੁਝ ਵੀ ਆਰ ਹੀਅਰਿੰਗ ਫॉर ਵੈਰੀ ਲੌਂਗ ਟਾਈਮ ਜਿਵੇਂ ਜਿਹੜੇ ਅਕੋਰਡਿੰਗ ਟੂ ਮੋਸਟ ਜਿਵੇਂ ਹੁਣ ਸਾਇੰਸ ਕਹਿ ਰਹੀ ਹੈ ਇਟਸ ਸੇਫ but some in France they don't trust AstraZeneca. European regulators ਕਹਿ ਰਹੇ ਨੇ ਕਿ it should not be used over ਜਿਹੜੇ patient aged 65 ਕਿਉਂਕਿ it's lack of daytime to that. ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਿਉਂਕਿ ਹੁਣ ਐਸਟਰਾਜ਼ੈਨੇਕਾ ਆ ਗਈ ਹੈ ਤੇ ਐਸਟਰਾਜ਼ੈਨੇਕਾ ਵੈਸੇ ਇਹਨਾਂ ਨੇ ਹੁਣ 50 to 64 ਤੱਕ ਹੀ ਗਈ ਹੈ ਇਹਦੇ ਕੀ ਰੀਜ਼ਨ ਨੇ ਕਿ 65 ਤੋਂ ਬਾਅਦ ਕਿਉਂ ਨਹੀਂ ਲੱਗਣੀ ਚਾਹੀਦੀ ਤੇ I mean how this is why I mean my question is why AstraZeneca has so bumpy genesis okay ਦੇਖੋ ਪਹਿਲੀ ਗੱਲ ਜਿਹੜਾ ਵੀ ਫਲੂ ਵੈਕਸੀਨੇਸ਼ਨ ਲੱਗਦਾ ਲੈਟਸ ਹਿਸਟੋਰੀਕਲ ਕਰਦੇ ਹਾਂ ਆਪਾਂ ਹਿਸਟਰੀ ਦੇ ਵਿੱਚ ਜਿੰਨੇ ਵੀ ਸਾਡੇ ਫਲੂਜ਼ ਐਨੂਅਲ ਅਸੀਂ ਲਗਾਉਂਦੇ ਆਏ ਹਾਂ ਵੈਕਸੀਨੇਸ਼ਨ ਹਮੇਸ਼ਾ ਸੀਨੀਅਰਸ ਦੇ ਵਿੱਚ ਜਿਹੜਾ ਇਮਿਊਨ ਰਿਸਪੌਂਸ ਹੁੰਦਾ ਹੈ ਖਾਸ ਚੰਗਾ ਨਹੀਂ ਤੇ ਉਹਨਾਂ ਨੂੰ ਦੁਬਾਰਾ ਫਲੂ ਹੋ ਜਾਂਦਾ ਹੈ ਤੇ ਜੋ ਤੁਸੀਂ ਜਿਹੜਾ ਦੇਖੋਗੇ ਫਲੂ ਦੇ ਨਾਲ ਜ਼ਿਆਦਾ ਸੀਨੀਅਰ ਦੀਆਂ ਹੀ ਮੌਤਾਂ ਹੁੰਦੀਆਂ ਨੇ ਆਮ ਲੋਕਾਂ ਦੇ ਘੱਟ ਸੋ ਜਿਉਂ ਸਾਡੀ ਉਮਰ ਵੱਧਦੀ ਹੈ ਸਾਡਾ ਇਮਿਊਨ ਸਿਸਟਮ ਇੰਨਾ ਸਟਰੋਂਗ ਨਹੀਂ ਹੁੰਦਾ ਤੇ ਉਹ ਸਾਨੂੰ ਇਫੈਕਟ ਕਰਦਾ ਉਹੀ ਚੀਜ਼ ਸਾਨੂੰ ਐਸਟਰਾਜ਼ੈਨੇਕਾ ਦੇ ਵੈਕਸੀਨ ਦੇ ਵਿੱਚ ਦੇਖੋ ਜਿਹੜੇ ਸੀਨੀਅਰਸ ਗਰੁੱਪ ਸੀਗਾ ਉਹਨਾਂ ਦੇ ਵਿੱਚ ਇਮਿਊਨ ਰਿਸਪੌਂਸ ਇਹਨਾਂ ਚੰਗਾ ਨਹੀਂ ਮਿਲਿਆ ਪ੍ਰੋਟੈਕਸ਼ਨ ਦਾ ਐਂਟੀਬਾਡੀ ਜਨਰੇਸ਼ਨ ਜਿਹੜੀ ਨਿਊਟਰਲਾਈਜ਼ਿੰਗ ਐਂਟੀਬਾਡੀਜ਼ ਹੁੰਦੀਆਂ ਨੇ ਐਜ਼ ਕੰਪੇਅਰ ਟੂ ਯੰਗ ਪਾਪੂਲੇਸ਼ਨ ਤੇ ਉਹਦੇ ਵਿੱਚ ਕੁਝ ਟ੍ਰਾਇਲ ਦੀਆਂ ਵੀ ਗਲਤੀਆਂ ਹੋਈਆਂ ਕਿਉਂਕਿ ਇਨੀਸ਼ੀਅਲ ਸਟੇਜ ਦੇ ਟ੍ਰਾਇਲ ਇਹਨਾਂ ਨੇ ਬਣਾਇਆ ਤਾਂ ਪ੍ਰੋਪਰ ਤੌਰ ਤੇ ਪਲਾਨ ਨਹੀਂ ਕੀਤਾ ਇਨਰੋਲਮੈਂਟ ਥੋੜੀ ਜਿਹੀ ਪ੍ਰੋਪਰ ਤੌਰ ਤੇ ਨਹੀਂ ਗਈ ਇਸ ਕਰਕੇ ਉਹਨਾਂ ਜਿਹੜੀ FDA ਅਪਰੂਵਲ ਸੀਗੀ ਡਿਲੇ ਹੋ ਗਈ ਉਹਨਾਂ ਨੇ ਫਿਰ ਅਪਰੂਵਲਸ ਯੂਕੇ ਨੇ ਅਪਰੂਵ ਪਹਿਲਾਂ ਕੀਤਾ ਉਹਨਾਂ ਨੂੰ ਉਹ ਤੋਂ ਬਾਅਦ ਬਾਕੀ ਮੁਲਕਾਂ ਨੇ ਕੀਤਾ ਕੈਨੇਡਾ ਨੇ ਤੇ FDA ਨੇ ਥੋੜਾ ਲੇਟ ਕੀਤਾ ਉਹਦਾ ਰੀਜ਼ਨ ਇਹ ਸੀ ਕਿਉਂਕਿ ਇਹਨਾਂ ਕੋਲੇ ਪਹਿਲਾਂ ਮੋਡਰਨਾ ਦਾ ਤੇ ਫਾਈਜ਼ਰ ਦਾ ਵੈਕਸੀਨੇਸ਼ਨ ਸੀ ਉਹਦਾ ਡੇਟਾ ਬਹੁਤ ਚੰਗਾ ਸੀ ਰਿਸਪੌਂਸ ਚੰਗਾ ਆਇਆ ਸੀ ਸੋ ਇਟ ਮੇਡ ਸੈਂਸ ਕਿ ਅਸੀਂ ਉਹਨੂੰ ਹੀ ਲਈਏ ਤੇ ਐਸਟਰਾਜ਼ੈਨੇਕਾ ਅਸੀਂ ਕੀ ਲੈ ਕੇ ਗਏ ਪਰ ਜਦੋਂ ਡਿਮਾਂਡ ਅਮਰੀਕਾ ਦੇ ਵਿੱਚ ਵਧੀ ਉਸ ਵੈਕਸੀਨੇਸ਼ਨ ਦੀ ਤੇ ਅਮਰੀਕਾ ਨੇ ਮਨਾ ਕਰਤਾ ਵੀ ਐਕਸਪੋਰਟ ਕਰਨੀ ਵੈਕਸੀਨੇਸ਼ਨ
ਜਦੋਂ ਤੱਕ ਉਹਨਾਂ ਦੀ ਕਮਿਊਨਿਟੀ ਵੈਕਸੀਨੇਟ ਨਹੀਂ ਹੋ ਜਾਂਦੀ। ਤੇ ਕਿਹੜਾ ਵਰਗੇ ਮੁਲਕ ਘਬਰਾ ਗਏ, ਇਹਨਾਂ ਕੋਲ ਵੈਕਸੀਨੇਸ਼ਨ ਨਹੀਂ ਹੈਗਾ, ਰੋਜ਼ ਟਰੂਡੋ ਸਾਹਿਬ ਦੀ ਬਦਨਾਮੀ ਹੋ ਰਹੀ ਹੈ ਤੇ ਇੱਕ ਪੋਲੀਟੀਕਲ ਇਸ਼ੂ ਬਣ ਗਿਆ। ਤੇ ਜਿਸ ਵੈਕਸੀਨੇਸ਼ਨ ਨੂੰ ਅਸੀਂ ਪਹਿਲਾਂ ਹੱਥ ਨਹੀਂ ਪਾ ਰਹੇ ਸੀਗੇ, ਜਿਹਨੂੰ ਅਸੀਂ ਡਿਸਕਾਰਡ ਕਰ ਰਹੇ ਸੀਗੇ ਆਪਣੇ, ਉਹਨੂੰ ਵੀ ਹੁਣ ਅਸੀਂ ਲੈ ਕੇ ਆ ਰਹੇ ਹਾਂ ਆਪਣੀ ਕਮਿਊਨਿਟੀ। ਹੁਣ ਐਸਟਰਾਜ਼ੈਨੇਕਾ ਦੇ ਬਾਰੇ ਸਵਾਲ ਹੋਰ ਵੀ ਆ ਰਹੇ ਨੇ। ਐਸਟਰਾਜ਼ੈਨੇਕਾ ਜਿਹੜਾ ਵੈਕਸੀਨ ਹੈਗਾ, ਜੋ ਉਹਨਾਂ ਸਾਊਥ ਅਫਰੀਕਾ ਦੇ ਵਿੱਚ ਚੈੱਕ ਕੀਤਾ, ਜਿਹੜਾ ਸਾਊਥ ਅਫਰੀਕਨ ਸਟ੍ਰੇਨ ਹੈ, ਤੇ ਉਹਦੀ ਐਫੀਕੇਸੀਅਸ ਵੀ ਥੋੜੀ ਘੱਟ ਹੈ ਉਸ ਸਟ੍ਰੇਨ ਦੇ। ਵੀ ਜੇ ਕਿਸੇ ਨੂੰ ਸਾਊਥ ਅਫਰੀਕਨ ਵਾਇਰਸ ਕੋਵਿਡ ਹੋ ਜਾਂਦਾ ਤੇ ਹੋ ਸਕਦਾ ਐਸਟਰਾਜ਼ੈਨੇਕਾ ਦੇ ਵਾਇਰਸ ਵੈਕਸੀਨੇਸ਼ਨ ਦੇ ਬਾਵਜੂਦ ਵੀ ਉਹਨਾਂ ਨੂੰ ਸ਼ਾਇਦ ਇਮਿਊਨ ਰਿਸਪੌਂਸ ਚੰਗਾ ਬੋਡੀ ਦੇ ਵਿੱਚ ਨਾ। ਪਰ ਸਾਨੂੰ ਇਹ ਵੀ ਨਹੀਂ ਪਤਾ ਸ਼ਾਇਦ ਮੋਡਰਨਾ ਜਾਂ ਫਾਈਜ਼ਰ ਦਾ ਜਿਹੜਾ ਵੈਕਸੀਨ ਹੈਗਾ ਉਸ ਵਾਇਰਸ ਦੇ ਅਗੇਂਸਟ ਕੰਮ ਕਰ ਪਾਏਗਾ ਚੰਗਾ ਕਿ ਨਹੀਂ ਕਰ ਪਾਏਗਾ। ਕਿਉਂਕਿ ਟਾਈਮ ਹੀ ਨਹੀਂ ਇੰਨਾ ਮਿਲਿਆ ਉਹਨੂੰ ਟੈਸਟ ਕਰਨ ਵਾਸਤੇ। ਹਾਂਜੀ, ਬੈਂਚ ਦੇ ਵਿੱਚ ਰਿਸਰਚ ਹੋਈਆਂ ਨੇ, ਇੱਕ ਬੈਂਚ ਲੈਬ ਦੇ ਵਿੱਚ ਰਿਸਰਚਸ ਹੋਈਆਂ ਨੇ ਫਾਈਜ਼ਰ ਤੇ ਮੋਡਰਨਾ ਵੈਕਸੀਨੇਸ਼ਨ ਸਾਊਥ ਅਫਰੀਕਨ ਵੇਰੀਐਂਟ। ਤੇ ਜੋ ਡੇਟਾ ਮੈਂ ਦੇਖਿਆ ਵੀ ਲੱਗਦਾ ਹੈ ਵੀ ਰਿਐਲਿਟੀ ਦੇ ਵਿੱਚ ਕੰਮ ਕਰ ਜਾਣਗੇ। ਇਸ ਕਰਕੇ ਗਵਰਨਮੈਂਟ ਨੇ ਸੋਚਿਆ ਵੀ ਅਸੀਂ ਕਿਉਂ ਨਾ ਉਹਨਾਂ ਮੁਲਕਾਂ ਨੇ ਵੀ ਜੇ ਲਗਵਾਉਣਾ ਹੀ ਹੈ ਸੀਨੀਅਰਸ ਨੂੰ, ਪਹਿਲਾਂ ਉਹਦਾ ਇਮਿਊਨ ਸਿਸਟਮ ਵੈਸੇ ਹੀ ਵੀਕ ਹੈ ਤੇ ਐਸਟਰਾਜ਼ੈਨੇਕਾ ਦਾ ਵੈਕਸੀਨ ਵੀਕ ਇਮਿਊਨ ਰਿਸਪੌਂਸ ਕਰ ਰਿਹਾ ਹੈ, ਦੂਜਾ ਸਾਊਥ ਅਫਰੀਕਨ ਵੇਰੀਐਂਟ ਵੀ ਘੁੰਮ ਰਿਹਾ ਹੈ ਦੁਨੀਆ ਦੇ ਵਿੱਚ, ਇਹ ਲਗਵਾਉਣਾ ਅਸੀਂ ਕਿਉਂ ਇਹ ਵੈਕਸੀਨ ਲਗਵਾਈਏ, ਅਸੀਂ ਪ੍ਰੋਪਰ ਫਾਈਜ਼ਰ ਜਾਂ ਮਾਡਰਨਾ ਲਗਵਾਈਏ। ਉੱਥੋਂ ਇਹ ਸਾਰੀ ਗੱਲ ਬਚ। ਪਰ ਇੱਕ ਮੈਂ ਡਿਸਕਲੇਮਰ ਵੀ ਦੇਵਾਂਗਾ, ਡਿਸਕਲੇਮਰ ਇਹ ਦੇਵਾਂਗਾ, ਹੁਣ ਇੰਡੀਆ ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਮੈਂ ਗੱਲ ਕਰਨੀ ਸੀ, ਤੁਹਾਡਾ ਉਦੋਂ ਪੋਸਟ ਆਈ ਸੀਗੀ, ਇਟ ਵਾਸ ਇਨ ਮਾਈ ਮਾਈਂਡ ਕਿ ਮੈਂ ਗੱਲ ਕਰਨੀ ਹੈ, ਤੁਸੀਂ ਆਪ ਹੀ ਗੱਲ ਸ਼ੁਰੂ ਕਰ ਲਈ। ਹਾਂਜੀ, ਮੈਂ ਦੇਖੋ ਕੋਈ ਵੀ ਚੀਜ਼ ਕ੍ਰਿਟਿਸਾਈਜ਼ ਕਰਨ ਲੱਗੇ ਪਹਿਲਾਂ ਆਪਣੀ ਕੁਰਸੀ ਥੱਲੇ ਸੋਟਾ ਜ਼ਰੂਰ ਮਾਰਨਾ ਚਾਹੀਦਾ ਕਿਸੇ ਨੂੰ ਕ੍ਰਿਟਿਸਾਈਜ਼ ਕਰਨ ਤੋਂ ਪਹਿਲਾਂ। ਤੇ ਮੈਂ ਪਹਿਲਾਂ ਹੀ ਡਿਸਕਲੇਮਰ ਪਾ ਦਿੰਦਾ ਹੁੰਦਾ ਇਸ ਚੀਜ਼ ਕਰਕੇ, ਲੋਕ ਬਾਅਦ ਦੇ ਵਿੱਚ ਮੈਨੂੰ ਨਾ ਕਹਿ ਡਾਕਟਰ ਕਪੂਰ ਜ਼ਰੂਰ। ਸੋ ਦੇਖੋ ਮੇਰੇ ਕੋਲ ਫਾਦਰ ਸਾਹਿਬ, ਉਹਨਾਂ ਦੀ ਉਮਰ 75-70 ਸਾਲ ਦੀ ਹੈ ਤੇ ਉਹਨਾਂ ਨੇ ਖੁਦ ਐਸਟਰਾਜ਼ੈਨੇਕਾ ਦਾ ਵੈਕਸੀਨ ਲਗਵਾਇਆ, ਉਹਨਾਂ ਨੇ ਮੇਰੇ ਮਦਰ ਨੇ ਲਗਵਾਇਆ। ਹੁਣ ਉਹਦੀ ਵੀ ਸਟੋਰੀ ਹੈ। ਮੈਂ ਉਹਨਾਂ ਨੂੰ ਕਿਹਾ ਜੋ ਵੈਕਸੀਨੇਸ਼ਨ ਇੰਡੀਆ ਦੇ ਵਿੱਚ ਆਏ, ਉਹ ਕਹਿੰਦੇ ਵੀ ਵੈਕਸੀਨੇਸ਼ਨ ਆਏ ਨੇ, ਅਸੀਂ ਲਗਵਾਈਏ ਕਿ ਨਾ, ਠੀਕ ਹੈ, ਕਿਹੜਾ ਵੈਕਸੀਨੇਸ਼ਨ। ਉਹਨਾਂ ਕੋਲ ਦੋ ਹੀ ਆਪਸ਼ਨ ਨੇ ਉੱਥੇ, ਭਾਰਤ ਬਾਇਓਟੈਕ ਦਾ ਵੈਕਸੀਨ ਹੈਗਾ ਜਾਂ ਐਸਟਰਾਜ਼ੈਨੇਕਾ ਦਾ, ਉਹਨਾਂ ਕੋਲ ਫਾਈਜ਼ਰ ਜਾਂ ਮੋਡਰਨਾ ਦੀ ਆਪਸ਼ਨ ਨਹੀਂ ਹੈਗੀ। ਤੇ ਉਹਨਾਂ ਨੇ ਮੈਨੂੰ ਦਿਖਾਇਆ, ਮੈਂ ਚਲੋ ਜੇ ਲਗਵਾਉਣਾ ਤਾਂ ਤੁਸੀਂ ਕਹਿੰਦੇ ਨੇ ਐਸਟਰਾਜ਼ੈਨੇਕਾ ਦਾ ਲਗਵਾ ਲਿਓ, ਬਿਕੋਜ਼ ਚੈੱਕ ਕਰਕੇ ਦੇਖ ਲਓ ਵੀ ਹੈਗਾ। ਹੁਣ ਇੰਡੀਆ ਦੇ ਵਿੱਚ ਚਲੋ ਮੇਰੇ ਡੈਡੀ ਥੋੜੇ ਜਾਣਦੇ ਨੇ, ਉਹਨਾਂ ਨੂੰ ਲੋਕਾਂ ਦੀ ਜਾਣ ਪਛਾਣ ਹੈਗੀ, ਤਾਂ ਹੱਥਾਂ ਦੇ ਵਿੱਚ ਵੈਕਸੀਨ ਚੱਕ ਕੇ ਘੁੰਮ ਕੇ ਦੇਖ ਸਕਦੇ, ਆਮ ਇਨਸਾਨ ਨਹੀਂ ਦੇਖ ਸਕਦਾ, ਪੋਸੀਬਿਲਿਟੀ ਨਹੀਂ ਹੈ। ਸੋ ਪ੍ਰਿਵਿਲੇਜ ਹੈ, ਅਸੀਂ ਕਹਿ ਸਕਦੇ ਅਸੀਂ ਵੀ ਪ੍ਰਿਵਿਲੇਜ ਹੈ। ਤੇ ਉਹਨਾਂ ਨੇ ਦੇਖਿਆ, ਫੋਟੋ ਖਿੱਚੀ ਤੇ ਮੈਨੂੰ ਭੇਜੀ, ਉਹਨਾਂ ਕਹਿੰਦੇ ਵੀ ਇਹ ਸੀਰਮ ਵਾਲਿਆਂ ਦਾ ਹੈਗਾ, ਤਾਂ ਮੈਂ ਸੀਰਮ ਵਾਲਿਆਂ ਨੇ ਸਿਰਫ ਐਸਟਰਾਜ਼ੈਨੇਕਾ ਦੇ ਹੀ ਬਣਾਏ ਨੇ, ਉਹਨਾਂ ਨੇ ਭਾਰਤ ਬਾਇਓਟੈਕ ਤੁਸੀਂ ਲਗਵਾ। ਉਹ ਇਸ ਕਰਕੇ ਮੈਂ ਕਿਹਾ ਤੁਸੀਂ ਜਦੋਂ ਤੱਕ ਇੱਥੇ ਆਉਂਗੇ ਅਸੀਂ ਆ ਕੇ ਤੁਹਾਡੀ ਐਂਟੀਬਾਡੀ ਚੈੱਕ ਕਰ ਲਵਾਂਗੇ, ਜਿਹੜੇ ਸਾਡੇ ਕੋਲੇ ਅਸੀਂ ਕੋਵਿਡ ਦਾ ਟੈਸਟ ਕਰਦੇ ਹਾਂ, ਅਸੀਂ ਐਂਟੀਬਾਡੀ ਚੈੱਕ ਕਰਦੇ ਹਾਂ, ਵੈਕਸੀਨੇਸ਼ਨ ਦੀ ਇਮਿਊਨਿਟੀ ਦੀ, ਤਾਂ ਤੁਸੀਂ ਆਓਗੇ ਚੈੱਕ ਕਰ ਲਾਂਗੇ, ਲੋੜ ਪਈ ਤਾਂ ਤੁਹਾਨੂੰ ਅਸੀਂ ਕਹਿੰਦੇ ਨੇ ਮਾਡਰਨਾ ਜਾਂ ਫਾਈਜ਼ਰ ਲਗਵਾ ਦੇਵਾਂਗੇ ਕਿੰਨਾ। ਪਰ ਐਟਲੀਸਟ ਟਰੈਵਲ ਵਾਸਤੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਕਹ ਲੋ ਕੁਝ ਪ੍ਰੋਟੈਕਸ਼ਨ ਹੋਣੀ ਜ਼ਰੂਰੀ ਹੈ ਦੈਨ ਨੋ ਪ੍ਰੋਟੈਕਸ਼ਨ। ਇਸ ਕਰਕੇ ਸੋ ਤੁਹਾਡੇ ਮੁਤਾਬਿਕ ਕਿ ਜੇ ਵੈਕਸੀਨੇਸ਼ਨ ਹੁਣ ਜਿਵੇਂ ਜਨਰਲ ਪਬਲਿਕ ਲਈ ਓਪਨ ਹੋਏ ਨੇ ਡਿਫਰੈਂਟ ਫੇਜ਼ਿਸ ਦੇ ਵਿੱਚ, ਤੇ ਲੋਕਾਂ ਨੂੰ ਇੰਜੈਕਸ਼ਨ ਜ਼ਰੂਰ ਲਗਵਾਉਣੇ ਚਾਹੀਦੇ ਨੇ। ਹਾਂਜੀ, ਸਮ ਪ੍ਰੋਟੈਕਸ਼ਨ ਇਜ਼ ਬੈਟਰ ਦੈਨ ਨਥਿੰਗ, ਇਹ ਮੇਰੀ ਰਿਕਮੈਂਡੇਸ਼ਨ ਹੈ। ਅਗਲਾ ਸਵਾਲ ਮੇਰਾ ਇਹ ਹੈ ਕਿ ਹੁਣ ਬਹੁਤ ਲੋਕਾਂ ਨੂੰ ਕਰੋਨਾ ਹੋ ਚੁੱਕਿਆ ਹੈ। ਸੋ ਜਦ ਕਰੋਨਾ ਹੋ ਚੁੱਕਿਆ, ਸੋ ਹੁਣ ਜੇ ਆਪਾਂ ਉਹੀ ਪਿਛਲੀ ਹਿਸਟੋਰੀਕਲੀ ਚੈੱਕ ਕਰੀਏ ਕਿ ਐਂਟੀਬਾਡੀਜ਼ ਆਲਰੇਡੀ ਬੋਡੀ 'ਚ ਬਣ ਚੁੱਕੇ ਨੇ। ਸੋ ਵਾਟ ਡੂ ਯੂ ਥਿੰਕ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਆਲਰੇਡੀ ਕਰੋਨਾ ਹੋ ਚੁੱਕਿਆ ਹੈ, ਉਹਨਾਂ ਨੂੰ ਇਹ ਵੈਕਸੀਨ ਲਗਵਾਉਣੇ ਚਾਹੀਦੇ ਨੇ ਕਿ ਉਹਨਾਂ ਦੇ ਅੰਦਰ ਆਲਰੇਡੀ ਐਂਟੀਬਾਡੀਜ਼ ਬਣੀਆਂ ਹੋਈਆਂ ਤੇ ਸਰਕਾਰ ਦਾ ਪੈਸਾ ਥੋੜਾ ਜਿਹਾ ਬਚਾ ਦੇਣਾ ਚਾਹੀਦਾ ਹੈ? ਬਹੁਤ ਚੰਗਾ ਸਵਾਲ ਹੈ ਜੀ, ਤੇ ਇਹ ਸਵਾਲ ਮੈਂ ਕਾਫੀ ਚੱਕਿਆ ਵੀ ਸੀਗਾ ਮੀਡੀਆ ਦੇ ਵਿੱਚ, ਮੀਡੀਆ ਨੇ ਮੈਨੂੰ ਹਵਾ ਨਹੀਂ ਦਿੱਤੀ, ਸੋ ਥੈਂਕ ਯੂ, ਤੁਸੀਂ ਇਹ ਹਵਾ ਦੇ ਰਹੇ ਹੋ। ਦੇਖੋ ਜਦੋਂ ਵੈਕਸੀਨੇਸ਼ਨ, ਦੋ ਚੀਜ਼ਾਂ, ਪਹਿਲਾਂ ਤੁਹਾਡਾ ਸਵਾਲ ਦਾ ਜਵਾਬ ਦੇ ਦੇਵਾਂ। ਦੇਖੋ ਕੋਵਿਡ ਜੋ ਕਿਸੇ ਨੂੰ ਹੁੰਦਾ ਹੈ ਤੇ ਜੋ ਵਾਇਰਸ ਕਿਸੇ ਨੂੰ ਹੋਏ ਨੇ, ਜੇ ਸਿੰਪਟਮਸ ਹੋਏ ਨੇ ਤੇ ਕਿੰਨੇ ਸੀਵੀਅਰ ਸਿੰਪਟਮ। ਦੇਖੋ ਜੇ ਤੁਹਾਨੂੰ ਕਾਫੀ ਜ਼ਿਆਦਾ ਸੀਵੀਅਰ ਸਿੰਪਟਮ ਹੋਏ ਸੀ ਕੋਵਿਡ ਤੋਂ, ਇਟ ਮੀਨਸ ਤੁਹਾਡੇ ਕੋਲ ਚੰਗੀਆਂ ਐਂਟੀਬਾਡੀਜ਼ ਹੋ ਸਕਦੀਆਂ ਜਿਹੜੀਆਂ ਤੁਹਾਨੂੰ ਪ੍ਰੋਟੈਕਟ ਕਰ ਰਹੀਆਂ। ਜੇ ਤੁਹਾਨੂੰ ਸਿੰਪਟਮ ਹੀ ਕੋਈ ਨਹੀਂ ਸੀਗਾ ਤੇ ਤੁਹਾਡਾ ਕੋਵਿਡ ਟੈਸਟ ਪੋਜ਼ਿਟਿਵ ਆ ਗਿਆ ਸੀ, ਇਟ ਮੀਨਸ ਤੁਹਾਡੇ ਕੋਲ ਇਮਿਊਨਿਟੀ ਇੰਨੀ ਖਾਸ ਨਹੀਂ, ਤੁਹਾਡੀ ਬਾਡੀ ਦੇ ਵਿੱਚ ਹੀ ਨਹੀਂ ਕਿ ਨਾ ਕੋਵਿਡ ਗਿਆ, ਤੁਹਾਡੇ ਮੂੰਹ ਦੇ ਵਿੱਚ ਹੀ ਰਹਿ ਗਿਆ ਤੇ ਤੁਹਾਨੂੰ ਐਂਟੀਬਾਡੀ ਚੰਗੀਆਂ ਨਹੀਂ ਬਣੀਆਂ। ਸੋ ਉਹਨਾਂ ਲੋਕਾਂ ਦੇ ਵਿੱਚ ਕੋਈ ਇਮਿਊਨਿਟੀ ਨਹੀਂ ਹੋਏਗੀ ਤੇ ਉਹਨਾਂ ਲੋਕਾਂ ਨੂੰ ਤਾਂ ਖਾਸ ਕਰ ਲਗਵਾ ਲੈਣਾ ਚਾਹੀਦਾ।
ਜਿਨ੍ਹਾਂ ਲੋਕਾਂ ਦੇ ਵਿੱਚ ਪੋਜ਼ਿਟਿਵ ਸਿੰਪਟਮ ਸੀਗੇ, ਬੁਖਾਰ ਸੀਗਾ, ਸੋਰ ਥਰੋਟ ਹੋ ਰਿਹਾ ਸੀਗਾ, ਕਾਫੀ ਜ਼ਿਆਦਾ ਤਬੀਅਤ ਖਰਾਬ ਰਹੀ, ਉਹਨਾਂ ਦੇ ਵਿੱਚ ਮੈਂ ਐਕਸਪੈਕਟ ਕਰਦਾ ਵੀ 6-7 ਮਹੀਨੇ, 8 ਮਹੀਨੇ, 9 ਮਹੀਨੇ ਤੱਕ ਵੀ ਐਂਟੀਬਾਡੀਜ਼ ਹੋਣਗੀਆਂ। ਹੁਣ ਸਵਾਲ ਇਹ ਆਉਂਦਾ ਵੀ ਆਪਾਂ ਐਂਟੀਬਾਡੀ ਟੈਸਟ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਕੁਆਂਟੀਫਾਈ ਕਰ ਸਕਦੇ ਹਾਂ, ਅਸੀਂ ਮੈਜ਼ਰ ਕਰ ਸਕਦੇ ਹਾਂ ਕਿੰਨੀ ਐਂਟੀਬਾਡੀ। ਇੱਕ ਇਹ ਸਵਾਲ ਪੁੱਛਣਾ ਜ਼ਰੂਰੀ ਨਹੀਂ ਹੁੰਦਾ ਪੋਜ਼ਿਟਿਵ ਹੈ ਕਿ ਨੈਗੇਟਿਵ ਐਂਟੀਬਾਡੀ, ਉਹ ਬੜਾ ਆਸਾਨ ਕੰਮ ਹੈ, ਪਰ ਐਂਟੀਬਾਡੀਆਂ ਕਿੰਨੀਆਂ ਨੇ ਅਸੀਂ ਉਹਨੂੰ ਕੁਆਂਟੀਫਾਈ ਵੀ ਕਰ ਸਕਦੇ ਹਾਂ। ਕੈਲਗਰੀ ਦੇ ਵਿੱਚ ਆਪਣੇ ਕੋਲ ਜੋ ਟੈਸਟਿੰਗ ਕੈਪੇਬਿਲਿਟੀ ਹੈਗੀ ਹੈ। ਸੋ ਜੇ ਕੋਈ ਇਨਸਾਨ ਚਾਹੁੰਦਾ ਪਤਾ ਕਰਨਾ ਵੀ ਮੈਂ ਵੈਕਸੀਨ ਲਗਵਾਵਾਂ ਕਿ ਨਾ ਲਗਵਾਵਾਂ, ਮੈਂ ਡਿਲੇ ਕਰ ਦਿੰਦਾ, ਫਿਰ ਮੈਂ ਉਹ ਲਗਵਾ ਲੈਣਾ ਵੀ ਜਿਹੜਾ ਜਿਹਦੇ ਵਿੱਚ ਸਾਊਥ ਅਫਰੀਕਨ ਸਟ੍ਰੇਨ ਵੀ ਕੰਮ ਕਰਦਾ ਹੋਏਗਾ, ਜੇ ਲਗਵਾਉਣੀ ਹੈ ਤਾਂ ਮੈਂ 2-3 ਮਹੀਨੇ ਪਹਿਲੇ ਕਰਕੇ ਲਗਵਾ ਲੈਣਾ, ਉਹ ਕੀਤਾ ਜਾ ਸਕਦਾ। ਮੈਂ ਗਵਰਨਮੈਂਟ ਨੂੰ ਵੀ ਇਹ ਰਿਕਮੈਂਡੇਸ਼ਨ ਦਿੱਤੀ ਸੀ ਅਲਬਰਟਾ ਦੇ ਸਰਕਾਰ ਨੂੰ ਕਿ ਤੁਸੀਂ ਇਸ ਵੇਲੇ ਵੈਕਸੀਨੇਸ਼ਨ ਜੋ ਤੁਸੀਂ ਕਰ ਰਹੇ ਹੋ, ਇੱਕ ਓਪਨ ਟ੍ਰਾਇਲ ਕਰ ਰਹੇ ਹੋ ਜੋ ਫਾਈਜ਼ਰ ਤੇ ਮੋਡਰਨਾ ਨੇ ਅਪਰੂਵ ਨਹੀਂ ਕੀਤਾ। ਉਹਨਾਂ ਨੇ ਜੋ ਕਲੀਨਿਕਲ ਟ੍ਰਾਇਲ ਕੀਤਾ ਸੀਗਾ, ਉਹਨਾਂ ਨੇ ਕੀਤਾ ਸੀ ਪਹਿਲਾਂ ਤੁਸੀਂ ਵੈਕਸੀਨ ਲਗਵਾਓ, ਫਿਰ 3 ਹਫ਼ਤਿਆਂ ਬਾਅਦ ਦੂਜਾ ਵੈਕਸੀਨ, ਜੋ ਕਲੀਨਿਕਲ ਟ੍ਰਾਇਲ ਸੀ। ਇੱਕ ਰੀਜ਼ਨ ਸੀਗਾ ਵੀ ਉਹਨਾਂ ਨੇ ਉਹ ਕਲੀਨਿਕਲ ਟ੍ਰਾਇਲ ਕੀਤਾ। ਉਹ ਠੀਕ ਹੈ ਵੀ ਤੁਸੀਂ ਹੁਣ ਰੀਅਲ ਲਾਈਫ ਦੇ ਵਿੱਚ ਸ਼ੁਰੂ ਕਰ ਲਿਆ ਜੀ, ਸਾਡੇ ਕੋਲ ਵੈਕਸੀਨੇਸ਼ਨ ਇੰਨੇ ਹੈਗੇ, ਜਿਹੜੇ 2 ਲਗਵਾਣੇ ਸੀ ਅਸੀਂ 2 ਬੰਦਿਆਂ ਨੂੰ ਇੱਕਦਮ ਦੇ ਦਿੱਤੇ। ਹੁਣ ਕਈ ਲੋਕਾਂ ਨੂੰ ਵੈਕਸੀਨੇਸ਼ਨਸ 21 ਦਿਨਾਂ 'ਚ ਨਹੀਂ ਲੱਗੇ, ਉਹਨਾਂ ਨੂੰ 40 ਦਿਨਾਂ ਬਾਅਦ ਲੱਗੇ, ਕਈਆਂ ਨੂੰ 50 ਦਿਨਾਂ ਬਾਅਦ ਲੱਗੇ, ਹੁਣ ਗੱਲਾਂ ਚੱਲ ਰਹੀਆਂ 4 ਮਹੀਨੇ ਬਾਅਦ ਲਗਾਉਣਗੇ ਸ਼ਾਇਦ। ਆ ਵੀ ਮੇਰਾ ਅੱਗੇ ਕੁਐਸਚਨ ਹੋਣਾ ਸੀ। ਹੁਣ ਉਹਦੇ ਬਾਰੇ ਮੈਨੂੰ ਨਹੀਂ ਪਤਾ, ਤੁਸੀਂ ਫਾਈਜ਼ਰ ਦੇ ਮਾਡਲ ਨੂੰ ਜਾ ਕੇ ਪੁੱਛੋਗੇ ਵੀ ਤੁਸੀਂ ਰਿਕਮੈਂਡ ਕਰਦੇ ਹੋ, ਕਹਿਣਗੇ ਨਹੀਂ ਜੀ ਅਸੀਂ ਕੋਈ ਲਾਇਬਿਲਿਟੀ ਨਹੀਂ ਲੈਂਦੇ ਇਸ ਚੀਜ਼ ਦੇ ਬਾਰੇ। ਹਾਊਸ ਮੈਂ ਗੂਗਲ ਜਿਵੇਂ ਦਿੱਤੀ ਹੈ, ਅਸੀਂ ਐਜ਼ ਅ ਕੰਪਨੀ ਜੋ ਸਾਡਾ ਮੋਨੋਗ੍ਰਾਮ ਕਹਿੰਦਾ 94% ਐਫੀਕੇਸ਼ੀਅਸ, ਉਹ ਬੇਸਡ ਔਨ 21 ਡੇਜ਼ ਹੈ ਜੋ ਡੇਟਾ। ਹੁਣ ਤੁਸੀਂ ਉਹਨੂੰ ਆਪਣੇ ਆਪ ਇੱਕ ਰੀਅਲ ਲਾਈਫ ਗਿਨੀ ਪਿਗ ਸਿਨੈਰੀਓ ਬਣਾ ਲਿਆ। ਇੱਕ ਉਹ ਐਥਿਕਸ ਤੇ ਜਿਹਨੂੰ ਅਸੀਂ ਕਹਿੰਦੇ ਨਾ ਇਨਫੋਰਮਡ ਕੰਸੈਂਟ ਕਲੀਨਿਕਲ ਟ੍ਰਾਇਲ ਦੇ ਵਿੱਚ ਕੀਤੀ ਜਾਂਦੀ ਹੈ, ਕੈਨੇਡਾ ਦੇ ਵਿੱਚ ਅਸੀਂ ਬੜਾ ਕੁੱਟ ਕੇ ਸਿਖਾਇਆ ਜਾਂਦਾ ਵੀ ਇਨਫੋਰਮਡ ਕੰਸੈਂਟ ਹੋਣੀ ਬਹੁਤ ਜ਼ਰੂਰੀ ਹੈ ਕਿਸੇ ਪੇਸ਼ੈਂਟ ਨੂੰ ਤੁਸੀਂ ਕੋਈ ਟ੍ਰੀਟਮੈਂਟ ਦੇਣਾ। ਹੁਣ ਇਹਦੇ ਵਿੱਚ ਅਸੀਂ ਸਾਡੀ ਐਥਿਕਸ ਕਿੱਥੇ ਗਏ? ਅਸੀਂ ਇੱਕ ਇਨਸਾਨ ਨੂੰ ਅੱਜ ਇੱਕ ਵੈਕਸੀਨ ਦੀ ਡੋਜ਼ ਦੇ ਦਿੰਦੇ ਆ, ਦੂਜੀ ਡੋਜ਼ ਦਾ ਪਤਾ ਹੀ ਨਹੀਂ ਕਦੋਂ ਮਿਲੇਗੀ ਉਹਨੂੰ। ਸੋ ਅਸੀਂ ਇੱਕ ਖਿਲਵਾੜ ਵੀ ਕਰ ਰਹੇ ਹਾਂ, ਪਰ ਸੇਮ ਟਾਈਮ ਦੇ ਉੱਪਰ ਇੱਕ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਇਹ ਡਿਸੀਜਨ ਲੈਣਾ ਪੈ ਰਿਹਾ, ਕ੍ਰਿਟੀਕਲ ਡਿਸੀਜਨ, ਕਿਉਂਕਿ ਸਾਡੇ ਪੋਲੀਟੀਸ਼ੀਅਨ ਦੀ ਵੀ ਨਾਕਾਮਯਾਬੀ ਰਹੀ। ਤੇ ਉਹਨਾਂ ਕੋਲ ਇੰਨੀ ਕੈਪੈਸਿਟੀ ਹੋਣੀ ਚਾਹੀਦੀ ਸੀ ਵੀ ਹਰ ਇਨਸਾਨ ਨੂੰ ਹਰ 21 ਦਿਨ ਬਾਅਦ ਦੂਜੀ ਡੋਜ਼ ਲੱਗਦੀ, ਪਰ ਮੈਜੋਰਟੀ ਲੋਕਾਂ ਨੂੰ ਨਹੀਂ ਲੱਗ ਰਹੀ। ਤੇ ਹੁਣ ਤੁਹਾਡੀ ਇੱਕ ਡੋਜ਼ ਤੋਂ ਬਾਅਦ ਤੁਸੀਂ 4 ਮਹੀਨਿਆਂ ਬਾਅਦ ਦੂਜੀ ਡੋਜ਼ ਲਗਾਉਣੀ ਹੋ, 6 ਮਹੀਨਿਆਂ ਬਾਅਦ ਲਗਾਉਣੀ ਹੋ, ਸਭ ਨਹੀਂ ਪਤਾ। ਸ਼ਾਇਦ ਉਹਨਾਂ ਲੋਕਾਂ ਦੀ ਇਮਿਊਨਿਟੀ ਐਸਟਰਾਜ਼ੈਨੇਕਾ ਵੈਕਸੀਨ ਵਰਗੀ ਹੀ ਹੋਵੇ, ਸੀਨੀਅਰਸ ਦੇ ਵਿੱਚ ਸ਼ਾਇਦ ਇਹ ਚੰਗਾ ਰਿਸਪੌਂਸ ਨਾ ਹੀ ਮਿਲੇ, ਕਿਉਂਕਿ ਜੋ ਰਿਸਪੌਂਸ ਮੋਡਰਨਾ ਫਾਈਜ਼ਰ ਦਾ ਮਿਲਿਆ ਸੀਨੀਅਰਸ ਦੇ ਵਿੱਚ 21 ਦਿਨ ਦੇ ਰਿਸਪੌਂਸ ਦੇ ਵਿੱਚ ਮਿਲਿਆ। ਰੀਅਲ ਲਾਈਫ ਦੇ ਵਿੱਚ ਸਾਡੇ ਕੋਲ ਡੇਟਾ ਹੈ। ਮੈਨੂੰ ਇਹ ਲੱਗਦਾ ਕਿ ਦਿਸ ਇਜ਼ ਮੋਰ ਕਾਈਂਡ ਆਫ ਪੋਲੀਟੀਕਲ ਗੇਮ ਪਲੇਇੰਗ ਹੇਅਰ, ਕਿ ਪਹਿਲਾਂ ਇਹਨਾਂ ਕੋਲ ਵੈਕਸੀਨਸ ਆ ਰਹੇ ਸੀਗੇ ਤੇ ਉਦੋਂ ਇਹਨਾਂ ਨੇ ਕਹਿਤਾ ਕਿ ਹਾਂ 21 ਦਿਨਾਂ ਤੋਂ ਬਾਅਦ ਅਸੀਂ ਲਾ ਦੇਣਾ। ਉਸ ਤੋਂ ਬਾਅਦ ਜਦ US ਦੇ ਵਿੱਚ ਸਪਲਾਈ ਉਹਨਾਂ ਨੇ ਕਹਿਤਾ ਕਿ ਅਸੀਂ ਪਹਿਲਾਂ ਆਪਣੀ ਕਮਿਊਨਿਟੀ 'ਚ ਦੇਣਾ ਹੈ, ਤੇ ਜਦ ਕੈਨੇਡਾ ਵਾਲੇ ਡਰ ਗਏ ਉਦੋਂ ਇਹਨਾਂ ਨੇ ਰੌਲਾ ਪਾਤਾ, ਕਿਉਂਕਿ ਹੈ ਨਹੀਂ ਸੀ, ਇਹਨਾਂ ਨੇ ਕਹਿਤਾ ਚਲੋ ਠੀਕ ਹੈ 4 ਮਹੀਨੇ ਕਰ ਦਿਓ, ਰਾਈਟ। ਸੋ ਆਈ ਥਿੰਕ ਦਿਸ ਇਜ਼ ਮੋਰ ਕਾਈਂਡ ਆਫ ਸਪਲਾਈ ਐਂਡ ਡਿਮਾਂਡ ਇਸ਼ੂ, ਜਿਹਨੂੰ ਗਵਰਨਮੈਂਟ ਔਰ ਪੋਲੀਟੀਸ਼ੀਅਨਸ ਔਰ ਵਟਐਵਰ ਦੇ ਆਰ ਪਲੇਇੰਗ। ਹਾਂਜੀ, ਉਹਦੇ ਵਿੱਚ ਕੁਝ ਡਾਕਟਰ ਵੀ ਇਨਵੋਲਵ ਨੇ, ਤੇ ਮੈਂ ਦੇਖੋ ਕੁਝ ਮੇਰੇ ਸੀਨੀਅਰ ਡਾਕਟਰਸ ਇਨਵੋਲਵ ਨੇ ਜਿਨ੍ਹਾਂ ਦੇ ਕੋਲੋਂ ਮੈਂ ਇਨਫੈਕਸ਼ਨ ਡਿਜ਼ੀਜ਼ ਦੀ ਪੜ੍ਹਾਈ ਕੀਤੀ ਹੈ ਰੈਜ਼ੀਡੈਂਸੀ ਦੇ ਵਿੱਚ, ਉਹਨਾਂ ਨੇ ਰੋਟੇਸ਼ਨਾਂ ਕੀਤੀਆਂ, ਰਾਤਾਂ ਕੱਟੀਆਂ, ਤੇ ਉਹ ਹਮੇਸ਼ਾ ਮੈਨੂੰ ਸਿਖਾਉਂਦੇ ਹੁੰਦੇ ਸੀ, ਕਹਿੰਦੇ ਵੀ ਅਨਮੋਲ ਵੀ ਜਦੋਂ ਵੀ ਕਿਸੇ ਨੂੰ ਬੈਕਟੀਰੀਆ ਨੂੰ ਜਾਂ ਵਾਇਰਸ ਨੂੰ ਤੁਸੀਂ ਕਿਲ ਕਰਨਾ ਹੈ, ਹਮੇਸ਼ਾ ਤੁਸੀਂ ਇੱਕ ਕੋਰਸ ਪਿਕ ਕਰੋ, ਉਸ ਕੋਰਸ ਨੂੰ ਤੁਸੀਂ ਕੰਪਲੀਟ ਕਰੋ, ਅਦਰਵਾਈਜ਼ ਰੈਜ਼ਿਸਟੈਂਸ ਬਣ ਜਾਏ, ਬੈਕਟੀਰੀਆ ਜਾਂ ਵਾਇਰਸ ਰੈਜ਼ਿਸਟੈਂਟ ਹੋ ਜਾਂਦੇ। ਤਾਂ ਇਸੇ ਕਰਕੇ ਅਸੀਂ ਲੋਕਾਂ ਨੂੰ ਹਮੇਸ਼ਾ ਪੇਸ਼ੈਂਟ ਸਿਖਾਉਂਦੇ ਹਾਂ ਵੀ ਤੁਸੀਂ ਆਪਣਾ ਐਂਟੀਬਾਇਓਟਿਕ ਕੋਰਸ ਕੰਪਲੀਟ ਕਰਨਾ ਹੈ, ਇਨਕੰਪਲੀਟ ਨਹੀਂ ਛੱਡ ਦੇਣਾ 2 ਦਿਨਾਂ ਬਾਅਦ, ਕਿਉਂਕਿ ਰੈਜ਼ਿਸਟੈਂਸ ਬਣ ਜਾਏਗੀ ਬੈਕਟੀਰੀਆ ਦੇ ਵਿੱਚ। ਤੇ ਸਾਨੂੰ ਸਿਖਾਇਆ ਗਿਆ, ਤੇ ਹੁਣ ਅਸੀਂ ਉਹੀ ਸਾਇੰਟਿਸਟ ਸਾਡੇ ਜਿਹੜੇ ਮੇਰੇ ਸੀਨੀਅਰਸ ਰਹੇ ਨੇ, ਉਹ ਹੁਣ ਉਹੀ ਕਿਉਂ ਕਹਿ ਰਹੇ ਨੇ ਵੀ ਤੁਸੀਂ ਕੋਈ ਗੱਲ ਨਹੀਂ 2 ਮਹੀਨੇ ਬਾਅਦ ਲਗਾ ਲਿਓ, 4 ਮਹੀਨੇ ਬਾਅਦ ਲਗਾ ਲਿਓ, ਠੀਕ ਹੈ, ਰਿਸਕ ਹੈ, ਸਾਨੂੰ ਨਹੀਂ ਪਤਾ ਕਮਿਊਨਿਟੀ ਦੇ ਵਿੱਚ ਕੀ ਹੋਏਗਾ ਰੈਜ਼ਿਸਟੈਂਸ ਦਾ ਫਿਊਚਰ। ਅਸੀਂ ਕੋਈ ਰੈਜ਼ਿਸਟੈਂਸ ਵੇਰੀਐਂਟ ਕੋਵਿਡ ਦਾ ਤੁਹਾਨੂੰ ਪ੍ਰੋਡਿਊਸ ਕਰ ਦਾਂਗੇ, ਪੋਸਿਬਿਲਿਟੀ ਹੈਗੀ। ਸੋ ਵੀ ਆਲ ਆਰ ਅੰਡਰ ਗਿਨੀ ਪਿਗ ਟ੍ਰਾਇਲਸ। ਹਾਂਜੀ, ਸਾਰੇ ਗਿਨੀ ਪਿਗ ਨੇ, ਰਾਈਟ। ਇੱਕ ਮੈਂ ਹੋਰ ਸਵਾਲ ਮੇਰੇ ਜ਼ਿਹਨ 'ਚ ਆ ਰਿਹਾ ਸੀ, ਜਦ ਇਹ ਸਾਰੇ ਸਭ ਤੋਂ ਪਹਿਲਾਂ UK ਦੇ ਵਿੱਚ ਜਿਹੜੀ ਉਹ ਇੱਕ ਲੇਡੀ ਨੂੰ ਜਿਹੜੀ ਸੀਨੀਅਰ ਨੂੰ ਇੰਜੈਕਸ਼ਨ ਲੱਗਿਆ ਸੀ, ਉਸ ਤੋਂ ਬਾਅਦ ਜਦ ਫਸਟ ਜਿਹੜੇ ਆਪਣੇ ਸੀਗੇ ਨਰਸਿਸ ਨੂੰ ਜਦ ਲੱਗਣੇ ਸ਼ੁਰੂ ਹੋਏ, ਵੈਕਸੀਨਸ ਲੱਗਣੇ ਸ਼ੁਰੂ ਹੋਏ, ਉਸ ਟਾਈਮ ਇਹ ਗੱਲ ਕੀਤੀ ਜਾ ਰਹੀ ਸੀ ਕਿ
ਵੈਕਸੀਨ ਦੇ ਸਾਈਡ ਇਫੈਕਟਸ ਹੋ ਰਹੇ ਨੇ ਤੇ ਜਿਨ੍ਹਾਂ ਨੂੰ ਕਿਸੇ ਵੀ ਤਰੀਕੇ ਦੀ ਐਲਰਜੀ ਹੈ ਦੇ ਸ਼ੁੱਡ ਆਲਵੇਜ਼ ਗੋ ਥਰੂ देयर ਫੈਮਿਲੀ ਡਾਕਟਰ ਫਰਸਟ, ਕਿਉਂਕਿ ਜਿਨ੍ਹਾਂ ਨੂੰ ਐਲਰਜੀ ਹੈ ਉਹਨਾਂ ਨੂੰ ਸ਼ਾਇਦ ਇਹ ਵੈਕਸੀਨਸ ਨਹੀਂ ਲਗਾਉਣੇ ਚਾਹੀਦੇ। ਆਈ ਐਮ ਟਾਕਿੰਗ ਅਬਾਊਟ ਫਾਈਜ਼ਰ ਐਂਡ ਮਡਰਨਾ, ਕਿਉਂਕਿ ਉਦੋਂ ਉਹੀ ਆਏ ਸੀ। ਪਰ ਹੁਣ ਜਿਹੜੇ ਵੈਕਸੀਨਸ ਆ ਰਹੇ ਨੇ ਉਸ ਕੁਐਸਚਨੇਅਰ ਦੇ ਵਿੱਚ ਇਸ ਤਰੀਕੇ ਦੀ ਕੋਈ ਵੀ ਗੱਲ ਨਹੀਂ। ਵਾਟ ਡੂ ਯੂ ਥਿੰਕ, ਆ ਚੀਜ਼ ਵੇਵ ਹੋ ਚੁੱਕੀ ਹੈ? ਆਈ ਥਿੰਕ ਪਬਲਿਕ ਹੈਲਥ ਵੱਲੋਂ ਚੀਜ਼ਾਂ ਨੂੰ ਥੋੜਾ ਪਿੱਛੇ ਕਰ ਦਿੱਤਾ ਗਿਆ, ਕਿਉਂਕਿ ਜਿੰਨੇ ਕੁ ਮਿਲੀਅਨਸ ਲੋਕਾਂ ਨੂੰ ਵੈਕਸੀਨ ਲੱਗੇ ਨੇ, ਕੋਈ ਸੀਰੀਅਸ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ। ਜਦੋਂ ਆਪਾਂ ਸੀਰੀਅਸ ਕਹਿ ਦਿੰਦੇ ਆ ਇਹ ਐਨਾਫਿਲੈਕਟਿਕ ਰਿਐਕਸ਼ਨ, ਜੋ ਥੋੜੀ ਬਹੁਤ ਲੋਕਾਂ ਨੂੰ ਹੋਈ ਨਹੀਂ ਇਫੈਕਟ ਹੈਗਾ, ਤੇ ਅਚਾਨਕ ਕੋਈ ਰਿਐਕਸ਼ਨ ਹੁੰਦਾ ਤੇ ਤਾਂ 2-4 ਘੰਟੇ ਜਾਂ 6 ਘੰਟੇ ਲੱਗਣ ਤੋਂ ਬਾਅਦ ਹੁੰਦਾ। ਤੇ ਜਾਂ ਜਿਹਨਾਂ ਲੋਕਾਂ ਦੇ ਫਿਲਰਸ ਨੇ ਲੱਗੇ ਹੋਏ ਨੇ ਉਹਨਾਂ ਨੂੰ ਥੋੜੇ ਜਿਹੇ ਰਿਐਕਸ਼ਨ ਦੇਖਣ ਨੂੰ ਮਿਲੇ ਸ਼ਾਰਟ ਜਿਹੜੇ ਸਕਿਨ ਟ੍ਰੀਟਮੈਂਟ ਵਾਸਤੇ ਲੋਕਾਂ ਨੂੰ ਲਗਾਏ। ਸੋ ਉਹ ਡੇਟਾ ਸਾਨੂੰ ਜ਼ਰੂਰ ਦੇਖਣ ਨੂੰ ਮਿਲਿਆ ਤੇ ਉਹ ਡੇਟਾ ਕਈ ਥਾਵਾਂ ਦੇ ਉੱਪਰ ਕਲੈਕਟ ਹੋ ਰਿਹਾ ਤੇ ਕਈ ਥਾਵਾਂ ਦੇ ਉੱਪਰ ਉਹਨਾਂ ਚੈੱਕ ਕਰਨਾ ਬੰਦ ਕਰ ਤੇ ਉਹਦੇ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ, ਤਾਂ ਹੀ ਅਸੀਂ ਇਹਨੂੰ ਇਨਫੋਰਮਡ ਕੰਸੈਂਟ ਕਰੀਏ। ਜੇ ਅਸੀਂ ਐਸਟਰਾਜ਼ੇਨੇਕਾ ਦਾ ਵੈਕਸੀਨ ਲੈ ਕੇ ਆ ਰਹੇ ਹਾਂ ਤਾਂ ਅਸੀਂ ਇਨਫੋਰਮਡ ਕੰਸੈਂਟ ਦਾ ਡੇਟਾ ਕਲੈਕਟ ਕਰਦੇ ਹਾਂ ਕਿ ਕਿਹੜੇ ਸਾਈਡ ਇਫੈਕਟ ਕਿਸ ਤਰੀਕੇ ਨਾਲ ਹੋਣਗੇ। ਕੱਲ੍ਹ ਨੂੰ ਫਿਊਚਰ ਦੇ ਵਿੱਚ ਅਸੀਂ ਵੈਕਸੀਨ ਲਗਾ ਕੇ ਬਹਿ ਜਾਵਾਂਗੇ ਸਾਰਿਆਂ ਨੂੰ, ਸਾਨੂੰ ਨਹੀਂ ਪਤਾ ਕਿਹੜਾ ਸਾਈਡ ਇਫੈਕਟ ਉਸ ਵੈਕਸੀਨ ਹੀ ਕਰਕੇ ਆਉਂਦਾ ਹੋਊਗਾ। ਸੋ ਅਸੀਂ ਉਹਦਾ ਡੇਟਾਬੇਸ ਜ਼ਰੂਰ ਬਣਾ ਰੱਖੀਏ, ਲੋਕਾਂ ਨੂੰ ਇਨਫੋਰਮਡ ਰੱਖੀਏ, ਕੰਸੈਂਟ ਰੱਖੀਏ ਉਹਨਾਂ ਦੀ। ਦੈਟਸ ਵੈਰੀ ਇੰਪੋਰਟੈਂਟ। ਤੇ ਇਹ ਗੱਲ ਗਲਤ ਹੈ ਜੇ ਅਸੀਂ ਉਸ ਚੀਜ਼ ਦੇ ਬਾਰੇ ਟੌਪਿਕ ਦੇ ਬਾਰੇ ਗੱਲ ਨਾ ਕਰੀਏ। ਦੇਖੋ ਸਾਈਡ ਇਫੈਕਟ ਕੋਈ ਵੀ ਹੋ ਸਕਦਾ। ਸਾਈਡ ਇਫੈਕਟ ਫਟੀਗ, ਟਾਇਰਡਨੈਸ ਹੋ ਸਕਦੀ ਹੈ, ਮੋਢੇ ਦੇ ਵਿੱਚ ਦਰਦ ਹੋ ਸਕਦਾ। ਅੱਜ ਮੇਰੇ ਕੋਲ ਪੇਸ਼ੈਂਟ ਸੀਨੀਅਰ ਆਏ ਸੀਗੇ, ਵਾਈਫ ਦੇ ਮੋਢੇ ਦੇ ਵਿੱਚ ਬਹੁਤ ਦੇਰ ਦਰਦ ਰਿਹਾ 2-3 ਦਿਨ, ਹਸਬੈਂਡ ਨੂੰ ਕੋਈ ਸਿੰਪਟਮ ਹੀ ਨਹੀਂ ਹੋਇਆ ਵੈਕਸੀਨੇਸ਼ਨ ਤੋਂ ਬਾਅਦ। ਤੇ ਕਿਸੇ ਨੂੰ ਕਾਫੀ ਫਟੀਗ, ਟਾਇਰਡਨੈਸ ਹੋਈ ਹੈ। ਕਈ ਕੁਝ ਡਾਕਟਰਸ ਨੂੰ ਮੈਂ ਜਿਨ੍ਹਾਂ ਨੂੰ ਫਾਈਜ਼ਰ ਦਾ ਵੈਕਸੀਨ ਲੱਗਿਆ ਸੀਗਾ, ਪਹਿਲੇ ਵੈਕਸੀਨ ਤੋਂ ਬਾਅਦ ਕੁਝ ਨਹੀਂ ਹੋਇਆ। ਜਦੋਂ ਦੂਜਾ ਵੈਕਸੀਨ ਡੋਜ਼ ਲੱਗੀ 21ਵੇਂ ਦਿਨ ਤੇ ਕਾਫੀ ਜ਼ਿਆਦਾ ਉਹਨਾਂ ਨੂੰ ਫਲੂ ਟਾਈਪ ਸਿੰਪਟਮਸ ਹੋਏ। 2-3 ਦਿਨਾਂ ਵਾਸਤੇ ਉਹ ਘਰ ਤੋਂ ਬਾਹਰ ਨਹੀਂ ਨਿਕਲੇ। ਡਾਕਟਰ ਦੇ ਨਾਲ ਹੋਇਆ ਤਾਂ ਰਿਐਕਟ ਤੁਹਾਡੀ ਬੋਡੀ ਜ਼ਿਆਦਾ ਦੂਜੀ ਡੋਜ਼ ਦੇ ਵਿੱਚ ਸਿੰਪਟਮ ਜ਼ਿਆਦਾ ਹੋਏ ਨੇ, ਲੋਕਾਂ ਨੂੰ ਪਹਿਲੀ ਡੋਜ਼ ਦੇ ਵਿੱਚ ਸਿੰਪਟਮਸ ਘੱਟ। might be weight of antibodies zyada ho gayiyan us time, this could be the reason, right? ਹਾਂ, ਕਿਉਂਕਿ ਪਹਿਲਾਂ ਤੁਸੀਂ ਪਹਿਲਾਂ ਐਂਟੀਬਾਡੀਜ਼ ਬਣਾਈਆਂ ਤੁਹਾਡੀ ਬੋਡੀ ਨੇ, ਉਸ ਤੋਂ ਬਾਅਦ ਤੁਸੀਂ ਦੁਬਾਰਾ ਉਹਨਾਂ ਨੂੰ ਇੱਕ ਹੋਰ ਬੂਸਟ ਕਰਤਾ, ਇੱਕ ਝਟਕਾ ਦੇ ਰਵੀ ਦਿੱਤਾ। So it was a kick ਤੁਹਾਡੀ ਬੋਡੀ ਫਿਰ ਉਹਨੂੰ ਹਾਂਜੀ ਰਾਈਟ। ਸੋ ਇਟ ਮੀਨਸ ਕਿ ਜੇ ਕਿਸੇ ਨੂੰ ਮਤਲਬ ਪੀਨਟ ਬਟਰ ਤੋਂ ਐਲਰਜੀ ਹੈ ਜਾਂ ਕਿਸੇ ਨੂੰ ਗਲੂਟਨ ਤੋਂ ਐਲਰਜੀ ਹੈ ਜਾਂ ਕਿਸੇ ਨੂੰ ਕਿਸੇ ਸਲਫਾ ਤੋਂ ਐਲਰਜੀ ਹੈ, ਸੋ ਉਹਨਾਂ ਨੂੰ ਕੋਈ ਟੈਨਸ਼ਨ ਕਰਨ ਦੀ ਲੋੜ ਨਹੀਂ ਹੈਗੀ। ਦੇ ਸ਼ੁੱਡ ਗੋ ਐਂਡ ਹਾਂਜੀ। ਦੇਖੋ ਜੇ ਤੁਹਾਡੀ ਹਿਸਟਰੀ ਰਹੀ ਹੈ ਕਿ ਐਨਾਫਿਲੈਕਟਿਕ ਰਿਐਕਸ਼ਨ, ਤੁਹਾਨੂੰ ਜੇ ਪੀਨਟ ਤੁਸੀਂ ਖਾਧੀ ਸੀ, ਤੁਹਾਨੂੰ ਐਨਾਫਿਲੈਕਟਿਕ ਰਿਐਕਸ਼ਨ ਹੋ ਗਿਆ, ਮੀਨਸ ਵੀ ਤੁਹਾਡਾ ਸਾਹ ਰੁਕ ਗਿਆ, ਬੁੱਲ ਸੁੱਜ ਗਏ ਹੈ ਨਾ, ਤੇ ਤੁਹਾਨੂੰ ਐਪੀਨੈਫ੍ਰਿਨ ਦਾ ਇੰਜੈਕਸ਼ਨ ਲਗਾਉਣਾ ਪੈ ਗਿਆ, ਤੁਹਾਨੂੰ ਹਸਪਤਾਲ ਐਡਮਿਟ ਹੋਣਾ ਪੈ ਗਿਆ, ਸਟੀਰੋਇਡ ਲੈਣੇ ਪੈ ਗਏ ਤੁਹਾਨੂੰ ਉਸ ਰਿਐਕਸ਼ਨ ਕਰਕੇ। ਅਸੀਂ ਉਹਨਾਂ ਸੀਰੀਅਸ ਰਿਐਕਸ਼ਨ ਕੰਮ ਕਰਦੇ। ਜੇ ਤੁਹਾਨੂੰ ਕਿਸੇ ਵੀ ਚੀਜ਼ ਤੋਂ ਰਿਐਕਸ਼ਨ ਇਦਾਂ ਦੇ ਹੋਏ ਨੇ, ਤੁਸੀਂ ਵੈਕਸੀਨੇਸ਼ਨ ਨਾ ਲਗਵਾਓ। ਜੇ ਲਗਵਾਓ ਮੇਕ ਸ਼ੋਰ ਕਰੋ ਤੁਸੀਂ ਹਸਪਤਾਲ ਜਾਂ ਉਹ ਏਰੀਆ ਛੱਡ ਕੇ ਨਾ ਜਾਓ ਜੋ ਤੱਕ ਜਾਂ ਐਪੀਪੈਨ ਤੁਹਾਡੇ ਕੋਲੇ ਨਾ ਹੋਵੇ। ਜਸਟ ਅ ਸੇਫਟੀ ਪ੍ਰੀਕਾਸ਼ਨ। ਓਕੇ, ਬਾਕੀ ਲੋਕਾਂ ਨੂੰ ਮੇਰੇ ਹਿਸਾਬ ਨਾਲ ਕੋਈ ਇਸ਼ੂ ਨਹੀਂ ਹੈਗਾ। ਦੇਖੋ ਜੇ ਆਮ ਬੰਦੇ ਨੂੰ ਕੋਈ ਸਟਮਕ ਅਪਸੈਟ ਹੋ ਗਿਆ, ਐਲਰਜੀ ਕੋਈ ਇਦਾਂ ਦੀ ਕੋਈ ਹੈਗੀ, ਆਈ ਡੋਂਟ ਥਿੰਕ ਸੋ ਐਨੀ ਇਸ਼ੂ। ਰਾਈਟ। one more thing, ਹੁਣ ਜਿਵੇਂ if I'm talking about myself, I don't want to be on a bandwagon of AstraZeneca। ਮੈਂ ਵੈਸੇ ਉਹ ਹਜੇ 50 to 64 ਵਾਲੀ ਏਜ ਗਰੁੱਪ ਦੇ ਵਿੱਚ ਆਈ ਨਹੀਂ ਹੈ। ਮੈਂ ਦੱਸ ਵੀ ਰਹੀ ਹਾਂ ਕਿ ਆਈ ਐਮ ਨਾਟ 50 year old। ਮੈਂ ਤਾਂ ਗੈਸ ਕਰਨ ਲੱਗਾ ਤੁਹਾਡੀ ਉਮਰ 32 ਸਾਲ ਹੀ ਹੋ ਗਈ। Oh, thank you. So ਮੈਂ personally AstraZeneca ਲਾਉਣਾ ਨਹੀਂ ਚਾਹੁੰਦੀ। So I myself would love to wait for ਕਿ ਮੇ ਦੇ ਵਿੱਚ ਆਪਣੀਆਂ ਦੂਸਰੀਆਂ ਆ ਜਾਣਗੀਆਂ, ਫਾਈਜ਼ਰ ਤੇ ਉਹ ਮੋਡਰਨਾ ਆ ਜਾਏਗੀ, ਤੇ I'll go for that। Another question is Johnson & Johnson। ਕਿਉਂਕਿ ਇਹ ਹੁਣੇ ਬਿਲਕੁਲ ਰੀਸੈਂਟ ਬਣਿਆ, ਇਹਦੇ ਬਾਰੇ ਵੀ ਲੋਕਾਂ ਦੇ ਦਿਮਾਗ 'ਚ ਕਾਫੀ ਸਵਾਲ ਨੇ। ਸੋ ਵਾਟ ਡੂ ਯੂ ਥਿੰਕ ਅਬਾਊਟ Johnson & Johnson? ਦੇਖੋ ਉਹਨਾਂ ਦਾ ਡੇਟਾ ਵੀ ਮਿਲਦਾ ਜੁਲਦਾ ਹੈ, ਕੋਈ ਵੀ ਸੀਰੀਅਸ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ। ਕਲੀਨਿਕਲ ਟ੍ਰਾਇਲ ਦੇ ਵਿੱਚ ਕਿਸੇ ਦੀ ਕੋਈ ਮੌਤ ਨਹੀਂ ਹੋਈ ਕਿਸੇ ਵੈਕਸੀਨ ਟ੍ਰਾਇਲ ਤੋਂ। ਇਹਦੇ ਵਿੱਚ ਗੁੱਡ ਡੇਟਾ, ਕੋਈ ਨੁਕਸਾਨ ਨਹੀਂ ਹੈਗਾ। ਸਿੰਗਲ ਡੋਜ਼ ਹੈ, ਡਿਫਰੈਂਟ ਟਾਈਪ ਦਾ ਵੈਕਸੀਨ ਹੈ ਜਿਹਨੂੰ ਅਸੀਂ ਓਲਡ ਟੈਕਨੋਲੋਜੀ ਕਹਿੰਦੇ ਹਾਂ। ਜਿਹੜਾ ਮੋਡਰਨਾ ਹੈਗਾ mRNA ਟੈਕਨੋਲੋਜੀ ਹੈ ਜਾਂ ਫਾਈਜ਼ਰ mRNA ਟੈਕਨੋਲੋਜੀ ਯੂਜ਼ ਕਰਦੇ ਨੇ। ਇਹ ਓਲਡ ਸਿਸਟਮ ਹੈਗਾ ਜਿੱਦਾਂ ਟ੍ਰੈਡੀਸ਼ਨਲੀ ਅਸੀਂ ਵੈਕਸੀਨੇਸ਼ਨ ਬਣਾਉਂਦੇ ਹਾਂ ਤੇ ਲਗਵਾਉਂਦੇ ਹਾਂ। ਸਿੰਗਲ ਡੋਜ਼ ਹੈ, ਜਿਵੇਂ ਫਲੂ ਦਾ ਸਿੰਗਲ ਡੋਜ਼ ਵੈਕਸੀਨ ਲੱਗਦਾ ਹੈ। ਆਈ ਥਿੰਕ ਇਟਸ ਅਨਦਰ ਆਪਸ਼ਨ ਉਹਨਾਂ ਲੋਕਾਂ ਵਾਸਤੇ ਪਈ ਜਿਹੜੇ
ਜਿਨ੍ਹਾਂ ਆਪਣੇ ਕੋਲ ਵੈਕਸੀਨੇਸ਼ਨ ਦੀ ਘਾਟ ਹੈ, ਪਰਫੈਕਟ ਵੈਕਸੀਨੇਸ਼ਨ ਹਰ ਬੰਦੇ ਕੋਲੇ ਨਹੀਂ ਹੈਗਾ, ਤੇ ਜੇ ਮਿਲਦਾ ਤਾਂ ਲਗਵਾ ਲੈਣਾ ਚਾਹੀਦਾ, ਕੋਈ ਨੁਕਸਾਨ ਨਹੀਂ ਉਹਦੇ ਵਿੱਚ। ਉਹਦੇ ਵਿੱਚ ਹੋ ਸਕਦਾ ਜਿਨ੍ਹਾਂ ਲੋਕਾਂ ਨੂੰ ਕੋਈ ਐਗ ਐਲਰਜੀਜ਼ ਹੋਣ, ਉਹਨਾਂ ਲੋਕਾਂ ਨੂੰ ਉਹਦਾ ਧਿਆਨ ਰੱਖਣ ਦੀ ਲੋੜ ਹੈ। ਸੋ ਪਰਟੀਕੁਲਰ ਫॉर दैट ਵੈਕਸੀਨ ਭਈ ਜੇ ਉਹਨਾਂ ਨੂੰ ਸਿਗਨੀਫੀਕੈਂਟ ਰਿਐਕਸ਼ਨਸ ਹੋਏ ਨੇ ਐਗ ਪ੍ਰੋਡਕਟਸ ਤੋਂ ਤੇ ਔਰ ਸਿਮਿਲਰ ਕਾਈਂਡ ਆਫ ਪ੍ਰੋਡਕਟਸ, ਸੋ ਤੁਸੀਂ ਥੋੜਾ ਧਿਆਨ ਰੱਖੋ, ਪਰ ਓਵਰਆਲ ਵੈਰੀ ਸੇਫ ਡੇਟਾ। ਹਾਂ, ਹੁਣ ਕੁਐਸਚਨ ਆ ਜਾਂਦਾ ਐਫੀਕੇਸ਼ੀਅਸ ਅਗੇਂਸਟ ਸਾਊਥ ਅਫਰੀਕਨ ਵੇਰੀਐਂਟ ਜਾਂ ਬ੍ਰਾਜ਼ੀਲੀਅਨ ਵੇਰੀਐਂਟ, ਜਾਂ ਜਿਹੜਾ ਅਮਰੀਕਨ ਹੁਣ ਵੇਰੀਐਂਟ ਘੁੰਮ ਰਿਹਾ ਕਿ ਨਵਾਂ ਵੇਰੀਐਂਟ ਲੱਭਿਆ ਜਿਹਦੇ ਵਿੱਚ ਬ੍ਰਾਜ਼ੀਲੀਅਨ ਤੇ ਯੂਕੇ ਨੂੰ ਕੰਬਾਈਨ ਕਰ ਲਓ ਤੁਸੀਂ, ਇੱਕ ਵੇਰੀਐਂਟ ਲੱਭਿਆ ਉਹ ਜਿਹੜਾ ਇਮਿਊਨ ਸਿਸਟਮ ਨੂੰ ਹੋ ਸਕਦਾ ਐਸਕੇਪ ਕਰ ਜਾਂਦਾ ਹੋਵੇ, ਉਹਦੇ ਬਾਰੇ ਸਾਨੂੰ ਨਹੀਂ ਪਤਾ। ਬਟ ਆਈ ਵਿਲ ਸਟਿਲ ਰਿਕਮੈਂਡ ਜੋ ਵੀ ਮਿਲਦਾ ਹੈ, ਜਿੱਦਾਂ ਵੀ ਮਿਲਦਾ ਹੈ, ਜਿੱਥੇ ਵੀ ਮਿਲਦਾ ਲਗਵਾਉਣ ਦੀ ਕੋਸ਼ਿਸ਼ ਕਰੋ ਤੁਸੀਂ। ਅਗਲਾ ਸਵਾਲ ਹੈ ਕਿ ਹੁਣ ਜਿਵੇਂ ਜਿਵੇਂ ਵੈਕਸੀਨਸ ਲੱਗ ਰਹੇ ਨੇ ਉਵੇਂ ਉਵੇਂ ਐਜ਼ ਆਈ ਆਲਰੇਡੀ ਸੈਡ ਕਿ ਨਾਓ ਵੀ ਕੈਨ ਸੀ ਅ ਲਾਈਟ ਐਟ ਦੀ ਐਂਡ ਆਫ ਦ ਟਨਲ, ਸੋ ਮਾਈਟ ਬੀ ਗਵਰਨਮੈਂਟਸ ਥੋੜ੍ਹੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹਨਾਂ ਨੂੰ ਈਜ਼ ਕਰਨਗੀਆਂ। ਸੋ ਤੁਹਾਡੇ ਮੁਤਾਬਿਕ ਜੇ ਕਿਸੇ ਨੇ ਫਸਟ ਵੈਕਸੀਨੇਸ਼ਨ ਲਗਾ ਲਈ, ਹੁਣ ਇਸ ਟਾਈਮ ਮੇਰੇ ਲਿਸਨਰਸ, ਆਪਣੇ ਲਿਸਨਰਸ ਤੇ ਆਡੀਅנס ਜਿਹੜੇ ਸੁਣ ਰਹੇ ਨੇ ਉਹਨਾਂ ਵਾਸਤੇ, ਕਿ ਜਿਨ੍ਹਾਂ ਨੇ ਪਹਿਲੀ ਵੈਕਸੀਨੇਸ਼ਨ ਲਗਾ ਲਈ, ਕੀ ਉਸ ਤੋਂ ਬਾਅਦ ਉਹਨਾਂ ਨੂੰ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਛੱਡ ਦੇਣੀਆਂ ਚਾਹੀਦੀਆਂ ਨੇ ਕਿ ਅਸੀਂ ਤਾਂ ਹੁਣ ਇਮਿਊਨ ਹੋ ਚੁੱਕੇ ਹਾਂ, ਵੀ ਕੈਨ ਡੂ ਵਟ ਐਵਰ? ਸੋ ਵਟ ਇਜ਼ ਯੂਰ ਪ੍ਰੋਫੈਸ਼ਨਲ ਐਡਵਾਈਸ? ਉਹ ਚੀਜ਼ ਰਿਕਮੈਂਡ ਨਹੀਂ ਕਰਾਂਗਾ। ਦੇਖੋ, ਇੱਕ ਬੜੀ ਸੋਹਣੀ ਸਟੋਰੀ ਕੱਲ ਹੀ ਆਈ ਹੈ ਟਵਿੱਟਰ ਦੇ ਉੱਪਰ, ਤੁਸੀਂ ਸ਼ਾਇਦ ਮੇਰੀ ਟਵੀਟ ਜੇ ਫੋਲੋ ਕਰੋ ਤਾਂ ਪੜ੍ਹ ਲੱਭ ਲਓਗੇ ਕਿ ਫਾਈਜ਼ਰ ਦਾ CEO, ਫਾਈਜ਼ਰ ਕੰਪਨੀ ਦਾ ਹੈ ਨਾ, ਉਹ ਇਜ਼ਰਾਈਲ ਗਿਆ ਸੀ ਤੇ ਇਜ਼ਰਾਈਲ ਤੋਂ ਉਹਨੂੰ ਵੜਨ ਨਹੀਂ ਦਿੱਤਾ ਗਿਆ, ਹੈ ਨਾ। ਇਜ਼ਰਾਈਲ ਦੇ ਵਿੱਚ ਵੜਨ ਇਸ ਕਰਕੇ ਦਿੱਤਾ ਗਿਆ, ਉਹਨੇ ਖੁਦ ਆਪਣਾ ਵੈਕਸੀਨੇਸ਼ਨ ਨਹੀਂ ਲਗਵਾਇਆ ਪ੍ਰੋਪਰ, ਠੀਕ ਹੈ ਜੀ, ਤੇ ਉਹਦੀ ਖੁਦ ਦੀ ਇਮਿਊਨਿਟੀ ਨਹੀਂ ਹੈਗੀ ਸੀ ਪ੍ਰੋਪਰ ਤਾਂ ਰਾਈਟ, ਉਹਨੇ ਇੱਕ ਲਗਵਾ ਰਿਹਾ ਤੇ ਦੂਜਾ ਨਹੀਂ ਲਗਵਾ, ਜਿੰਨਾ ਕੁ ਮੈਨੂੰ ਇਨਫੋਰਮੇਸ਼ਨ ਪਤਾ। ਸੋ ਪਤਾ ਨਹੀਂ, ਹੈ ਨਾ। ਸੋ ਦੇਖੋ, ਸਵਾਲ ਇਹ ਆਏਗਾ, ਤੁਸੀਂ ਇੱਕ ਤਾਂ ਲਗਵਾ ਕੇ ਬੈਠ ਗਏ, ਪਰ ਤੁਹਾਡੇ ਜਿਹੜੇ ਪਾਸਪੋਰਟ ਦੇ ਵਿੱਚ, ਤੁਹਾਡੇ ਡੇਟਾਬੇਸ ਦੇ ਵਿੱਚ ਉਹਨੂੰ ਫੁੱਲ ਇਮਿਊਨਿਟੀ ਨਹੀਂ ਮੰਨਿਆ ਜਾਏਗਾ ਜੇ ਤੁਸੀਂ ਟਰੈਵਲ ਕਰੋਗੇ। ਤੁਸੀਂ ਟਰੈਵਲ ਕਰੋਗੇ, ਹੋ ਸਕਦਾ ਕੁਝ ਮੁਲਕਾਂ ਦੇ ਵਿੱਚ ਉਹਨੂੰ ਨਾ ਮੰਨਣ, ਇਹ ਵੀ ਪੋਸੀਬਿਲਿਟੀ ਹੈ ਕਿ ਜਿਵੇਂ ਇਜ਼ਰਾਈਲ ਨੇ ਉਹਨੂੰ ਵੜਨ ਦਿੱਤਾ, CEO ਹੈਗਾ ਜੀ ਫਾਈਜ਼ਰ ਕੰਪਨੀ, ਤਾਂ ਸਾਡੇ ਵਰਗਿਆਂ ਨੂੰ ਪੁੱਛਣ ਦੀ, ਮਤਲਬ ਜਾਣ ਦੀ ਲੋੜ ਹੀ ਨਹੀਂ। ਸੋ ਇਦਾਂ ਦੇ ਇਸ਼ੂਜ਼ ਹੋਣਗੇ ਫਿਊਚਰ, ਕਿਉਂਕਿ ਸਾਨੂੰ ਨਹੀਂ ਪਤਾ ਤੁਹਾਡੇ ਵਨ ਵੈਕਸੀਨ ਤੋਂ ਬਾਅਦ ਕਿੰਨੀ ਤੁਹਾਡੀ ਇਮਿਊਨਿਟੀ ਹੈਗੀ, ਠੀਕ ਹੈ। ਤੁਸੀਂ ਐਂਟੀਬਾਡੀ ਟੈਸਟ ਕਰਾ ਕੇ ਚੈੱਕ ਕਰ ਸਕਦੇ ਹੋ ਰੈਗੂਲਰ ਤੌਰ ਪਰ ਕਿ ਦੂਜਾ ਲਗਵਾਉਣਾ ਕਿ ਨਹੀਂ ਲਗਵਾਉਣਾ। ਪਰ ਮੈਂ ਇਹ ਨਹੀਂ ਕਹਾਂਗਾ ਵੀ ਤੁਸੀਂ ਆਪਣਾ ਗਾਰਡ ਡਾਊਨ ਕਰ ਲਓ। ਹਾਂ, ਇਹ ਕਹਿ ਸਕਦੇ ਹੋ ਕਿ ਤੁਹਾਡੇ ਕੋਲ ਐਟਲੀਸਟ ਪਾਰਸ਼ਲ ਇਮਿਊਨਿਟੀ ਹੈਗੀ ਆ, ਤੁਸੀਂ ਆਪਣੇ ਜਿਹੜੇ ਕਲੋਜ਼ ਫਰੈਂਡਸ ਨੇ ਜਿਨ੍ਹਾਂ ਦੇ ਵਿੱਚ ਵੈਕਸੀਨੇਸ਼ਨ ਲੱਗ ਚੁੱਕੀ ਆ, ਤੁਸੀਂ ਉਹਨਾਂ ਦੇ ਵਿੱਚ ਬਹਿ ਸਕਦੇ ਹੋ, ਹੈ ਨਾ। ਪਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਹੁਣ ਕੰਮ ਦੇ ਉੱਪਰ ਬਿਨਾਂ ਮਾਸਕ ਤੇ ਕੰਮ ਕਰਾਂਗਾ, ਮੈਨੂੰ ਕੋਈ ਡਰ ਨਹੀਂ ਹੈਗਾ। ਤੇ ਕਿਉਂਕਿ ਤੁਹਾਡੇ ਕੋਲ ਬੰਦਾ ਕੋਈ ਆ ਰਿਹਾ ਹੋਏਗਾ, ਉਹ ਸ਼ਾਇਦ ਵੈਕਸੀਨੇਟਡ ਨਾ ਹੋਵੇ, ਤੁਹਾਡਾ ਜਿਹੜਾ ਕਸਟਮਰ ਹੋਵੇ, ਤੇ ਤੁਹਾਨੂੰ ਪ੍ਰੀਕਾਸ਼ਨ ਰੱਖਣੀ ਚਾਹੀਦੀਆਂ ਨੇ ਤੇ ਤੁਸੀਂ ਰੱਖੋ। ਸੋ ਵੀ ਸ਼ੁੱਡ ਕੀਨਲੀ ਫੋਲੋ ਜਿਹੜੀ ਗਵਰਨਮੈਂਟ ਗਾਈਡਲਾਈਨਸ ਹੈਗੀਆਂ। ਡਾਕਟਰ ਡੀਨਾ ਹਿੰਸ਼ਾ ਜਿਹੜੇ ਐਵਰੀ ਡੇ ਵਿਚਾਰੀ ਪਿਛਲੇ ਮਾਰਚ ਤੋਂ ਐਵਰੀ ਡੇ ਸ਼ੀ ਇਜ਼ ਟਾਕਿੰਗ ਕਿ ਉਹਨਾਂ ਦੀਆਂ ਸਾਰੀਆਂ ਗਾਈਡਲਾਈਨਸ ਨੂੰ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਵੈਰੀ ਕੀਨਲੀ, ਜਿੰਨੀ ਦੇਰ ਤੱਕ ਜਿਵੇਂ ਵੀ ਉਹ ਕਹਿ ਰਹੇ ਨੇ। ਦੈਟਸ ਵਾਟ। ਹਾਂ, ਜਦੋਂ ਤੱਕ ਸਾਨੂੰ ਨਹੀਂ ਪਤਾ ਲੱਗਦਾ, ਦੇਖੋ ਕੁਝ ਚੀਜ਼ਾਂ ਉਹਨਾਂ ਨੂੰ ਵੀ ਸਾਇੰਸ ਨਹੀਂ ਉਹਨਾਂ ਕੋਲੇ ਹੈਗੀ, ਪੂਰਾ ਐਵੀਡੈਂਸ ਨਹੀਂ ਹੈਗਾ, ਉਹਨਾਂ ਨੂੰ ਵੀ ਕੁਝ ਪੋਲੀਟੀਕਲ ਪ੍ਰੈਸ਼ਰ ਥੱਲੇ ਡਿਸੀਜਨ ਲੈਣੇ ਪੈਂਦੇ ਨੇ, ਤੇ ਹਰ ਡਿਸੀਜਨ ਸਾਇੰਟਿਫਿਕ ਹੋ ਵੀ ਨਹੀਂ ਸਕਦਾ, ਕੁਝ ਡੇਟਾ ਨਹੀਂ ਸਾਡੇ ਕੋਲ। ਪਰ ਮੈਂ ਇਹ ਰਿਕਮੈਂਡ ਕਰਾਂਗਾ ਵੀ ਤੁਸੀਂ ਪ੍ਰੀਕਾਸ਼ਨ ਰੱਖੋ, ਮਾਸਕ ਹਮੇਸ਼ਾ ਪਾਓ, ਗੈਦਰਿੰਗ ਨਾ ਕਰੋ, ਘਟਾ ਲਓ। ਕਿਉਂਕਿ ਦੇਖੋ, ਤੁਸੀਂ ਯਾਦ ਕਰੋ ਵੀ ਹਜੇ ਬੱਚਿਆਂ ਨੂੰ ਵੈਕਸੀਨੇਸ਼ਨ ਨਹੀਂ ਲੱਗਣੀ, ਹੈ ਨਾ। ਤੁਸੀਂ ਵੈਕਸੀਨੇਸ਼ਨ ਆਪ ਤਾਂ ਲੱਗ, ਸਪੋਜ਼ ਕਰੋ ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਗਿਆ, ਕਿਹੜਾ ਬੱਚੇ ਉਸ ਕੈਟੇਗਰੀ 'ਚ ਨਹੀਂ ਹੈ। 16 ਸਾਲ ਤੋਂ ਉੱਪਰ ਦੇ ਹੀ ਲੋਕਾਂ ਨੂੰ ਵੈਕਸੀਨੇਸ਼ਨ ਲੱਗਣਗੇ, 16 ਸਾਲ ਤੋਂ ਥੱਲੇ ਦਾ ਡੇਟਾ ਹੀ ਨਹੀਂ ਕਿਸੇ ਕੋਲ, ਵੈਕਸੀਨੇਸ਼ਨ ਅਪਰੂਵ ਹੀ ਨਹੀਂ ਹੋਇਆ। This is, I didn't know about that, and this is very interesting. ਹਾਂਜੀ, ਸੋ ਹੁਣ ਤੁਸੀਂ ਘਰੇ ਦੋਨੋਂ ਮੀਆਂ ਬੀਬੀ ਲਗਾ ਕੇ ਬਹਿ ਜਾਓ, ਪਰ ਤੁਹਾਡੇ ਬੇਟੇ ਜੇ ਛੋਟਾ ਹੈਗਾ, 16 ਸਾਲ ਤੋਂ ਘੱਟ ਹੈਗਾ, ਉਹ ਵੈਕਸੀਨੇਸ਼ਨ ਕਿਵੇਂ ਲਗਵਾ ਲਿਆ, ਬੇਟੀ ਕਿਵੇਂ ਲਗਾ ਲਿਆ, ਉਹਦੇ ਕੋਲ ਤਾਂ ਇਮਿਊਨਿਟੀ ਨਹੀਂ ਹੈਗੀ ਨਾ ਕੋਈ। ਠੀਕ ਹੈ, ਉਹਨਾਂ ਦਾ ਇਮਿਊਨ ਸਿਸਟਮ ਚੰਗਾ ਹੈਗਾ, ਦੇ ਕੈਨ ਫਾਈਟ ਬੈਕ, ਤੇ ਪਰ ਉਹ ਕਿਵੇਂ ਰਿਐਕਟ ਕਰਦੇ ਸਾਨੂੰ ਤਾਂ ਨਹੀਂ ਪਤਾ ਸੀ। So keep by the time, now you gave me another brainstorm ਕਿ during that period ਕੀ ਉਹ ਡੇਟਾ ਬੱਚਿਆਂ ਵਾਸਤੇ ਅੰਡਰ 16 ਬਣਾ ਰਹੇ ਹੈ ਕਿ they are not working on that? ਕੁਝ ਕੁ ਟ੍ਰਾਇਲ ਚੱਲ ਰਹੇ ਨੇ, ਆਈ ਡੋਂਟ ਨੋ, ਕੁਝ ਕੁ ਇਨਫੋਰਮੇਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਜੇ ਇਹਦਾ ਰੀਜ਼ਨ ਕੀ ਹੈ? ਦੇਖੋ, ਜੋ ਇਨੀਸ਼ੀਅਲ ਟ੍ਰਾਇਲ ਕੀਤੇ ਗਏ ਸੀ, ਬੱਚਿਆਂ ਨੂੰ ਇਨਕਲੂਡ ਹੀ ਨਹੀਂ ਕੀਤਾ ਗਿਆ ਸੀ, ਕਿਉਂਕਿ ਕੰਸੈਂਟ ਲੈਣੀ ਇੱਕ ਰਿਸਕ ਸੀਗਾ ਤੇ ਮਾਂ-ਬਾਪ ਕੰਫਰਟੇਬਲ ਨਹੀਂ ਸੀ,
ਤੇ ਕੰਪਨੀਆਂ ਵੀ ਨਹੀਂ ਚਾਹੁੰਦੀਆਂ ਸੀਗੀਆਂ ਕਿ ਉਹਨੂੰ ਟਾਰਗੇਟ ਕੀਤਾ हाँ, ਜਾਵੇ। because it's a big liability. ਹਾਂਜੀ, ਕਿਉਂਕਿ ਉਹ ਇਸ ਚੀਜ਼ 'ਚ ਆਉਣਾ ਨਹੀਂ ਚਾਹੁੰਦੇ ਸੀ, ਉਹ ਇਸ ਚੀਜ਼ ਤੋਂ ਅਵੇਅਰ ਹੈ। ਬੱਚਿਆਂ ਦੇ ਜਿਹੜੇ ਕਲੀਨਿਕਲ ਟ੍ਰਾਇਲਸ ਹੁੰਦੇ ਨੇ, ਬੜੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ, ਸੋ ਦੇ ਵਾਂਟਡ ਟੂ ਜੰਪ ਅਹੈਡ ਵਿਦਆਊਟ ਬੱਚਿਆਂ ਨੂੰ। ਇਸਦਾ ਡੇਟਾ ਹੀ ਨਹੀਂ ਹੈਗਾ ਸਾਡੇ ਕੋਲ। ਇਹ ਨਹੀਂ ਵੀ ਸ਼ਾਇਦ ਨਾ ਕੰਮ ਕਰਦਾ ਹੋਵੇ, ਹੋ ਵੀ ਸਕਦਾ ਬੱਚਿਆਂ ਨੂੰ ਕੋਵਿਡ ਦੇ ਇੰਨੇ ਜ਼ਿਆਦਾ ਸਿੰਪਟਮ ਨਹੀਂ ਹੁੰਦੇ, ਪਰ ਬੱਚੇ ਕੈਰੀਅਰ ਹੋ ਸਕਦੇ ਨੇ, ਤੇ ਜਿਹੜੇ ਨਵਾਂ ਵੇਰੀਐਂਟ ਹੋਏਗਾ ਉਹ ਬਹੁਤ ਜਲਦੀ ਸਪਰੈਡ ਕਰ ਸਕਦੇ ਨੇ ਵਿਦਆਊਟ ਹੈਵਿੰਗ ਐਨੀ ਸਿੰਪਟਮ। ਰਾਈਟ। ਇੱਕ ਹੋਰ ਸਵਾਲ, ਇਟਸ ਅ ਵੈਰੀ ਫਨੀ ਐਂਡ ਇੰਟਰਸਟਿੰਗ। ਹੁਣ ਅਸੀਂ ਆਪਾਂ ਲੋਕ ਇੰਨੀਆਂ ਪ੍ਰੀਕਾਸ਼ਨਸ ਯੂਜ਼ ਕਰ ਰਹੇ ਹਾਂ। ਆਪਾਂ ਦੇਖ ਰਹੇ ਕਿ ਕਿਸੇ ਜਗ੍ਹਾ ਤੇ ਛੋਟੀ ਜਿਹੀ ਗੈਦਰਿੰਗ ਹੋਈ ਜੀ, ਉੱਥੋਂ ਇਹ ਆਊਟਬ੍ਰੇਕ ਹੋ ਗਿਆ। ਪਰ ਕਿੰਨੇ ਲੋਕ ਜਿਹੜੇ ਐਂਟੀ ਮਾਸਕ ਦੇ ਪ੍ਰੋਟੈਸਟ ਕਰ ਰਹੇ ਨੇ, ਜਾਂ ਇੰਡੀਆ ਦੇ ਵਿੱਚ ਜਿਹੜੇ ਫਾਰਮਰਸ ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਦੇ ਵਿੱਚੋਂ ਅਜੇ ਤੱਕ ਇਸ ਤਰੀਕੇ ਦੀ ਆਊਟਬ੍ਰੇਕ ਦੀ ਕੋਈ ਵੀ ਖਬਰ ਨਹੀਂ ਮਿਲੀ। What's all about this? Is coincidence or what? ਉਹ ਦੇਖੋ, ਦੋ ਚੀਜ਼ਾਂ ਨੂੰ ਮੈਂ ਡਿਵਾਈਡ ਕਰਾਂਗਾ। ਪਹਿਲਾਂ ਤਾਂ ਦੇਖੋ, ਜਿਹੜੇ ਲੋਕ ਇੱਥੇ ਐਂਟੀ ਮਾਸਕ ਨੇ ਪ੍ਰੋਟੈਸਟ ਕਰ ਰਹੇ ਨੇ, ਇਹ ਜ਼ਰੂਰ ਹੈਗਾ, ਹੁਣ ਪ੍ਰਾਈਵੇਟ ਇਨਫੋਰਮੇਸ਼ਨ ਆਪਾਂ ਸ਼ੇਅਰ ਨਹੀਂ ਕਰ ਸਕਦੇ, ਪਰ ਉਹਨਾਂ ਦੇ ਵਿੱਚੋਂ ਵੀ ਕਈਆਂ ਨੂੰ ਕੋਵਿਡ ਹੋਇਆ। ਸੋ ਕੋਵਿਡ ਸਪਰੈਡ ਹੁੰਦਾ, ਸੋ ਡਿਪੈਂਡ ਕਰਦਾ। ਹੁਣ ਦੂਜੀ ਗੱਲ ਆ ਜਾਂਦੀ ਹੈ ਵੀ ਇੰਡੀਆ ਵਰਸਸ ਗਲਫ। ਦੇਖੋ, ਇਹਨਾਂ ਮੁਲਕਾਂ ਦੇ ਵਿੱਚ ਸਾਡੇ ਉਮਰਾਂ ਬਹੁਤ ਲੰਬੀਆਂ ਹੁੰਦੀਆਂ ਨੇ, ਅਸੀਂ 80 82 85 ਸਾਲ ਤੱਕ ਐਵਰੇਜ ਸਾਡੀ ਇਹਨਾਂ ਲੋਕਾਂ ਨੂੰ ਇੰਪੈਕਟ ਜਲਦੀ ਹੁੰਦਾ ਹੈ, ਤੇ ਸਾਡੀ ਜਿਹੜੀ ਬਾਡੀ ਹੈ ਇਹਨਾਂ ਮੁਲਕਾਂ ਦੇ ਵਿੱਚ ਸਟੇਰਾਇਲ। ਅਸੀਂ ਜੋ ਇੱਕ ਇਮਿਊਨਿਟੀ ਇੰਡੀਆ ਦੇ ਵਿੱਚ ਜੋ ਅਸੀਂ ਐਕਸਪੋਜ਼ ਹੁੰਦੇ ਸੀ ਵਾਇਰਸਿਸ ਦੇ ਨਾਲ, ਬੈਕਟੀਰੀਆ ਦੇ ਨਾਲ, ਲਗਾਤਾਰ ਲੱਗੇ ਹੀ ਰਹਿੰਦੇ ਸੀ, ਕੋਈ ਨਾ ਕੋਈ ਬਿਮਾਰੀ ਹੁੰਦੀ ਸੀ। ਉਹ ਇੱਕ ਸਾਡਾ ਇੱਕ ਬਾਡੀ ਦੇ ਵਿੱਚ ਇਮਿਊਨ ਰਿਸਪੌਂਸ ਸਾਡਾ ਜਨਰੇਟ ਹੁੰਦਾ ਰਹਿੰਦਾ ਸੀ। ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਗਏ, ਸਾਡੀ ਉਮਰ ਵੀ ਗੋਰਿਆਂ ਵਾਂਗੂ ਲੰਬੀ ਹੋਣੀ ਸ਼ੁਰੂ ਹੋ ਗਈ। ਜਦੋਂ ਹੋਣ ਲੱਗ ਗਈ ਤੇ ਸਾਡੀ ਇਮਿਊਨਿਟੀ ਦਾ ਜਿਹੜਾ ਐਕਸਪੋਜ਼ਰ ਸੀ ਘਟਣਾ ਸ਼ੁਰੂ ਹੋ ਗਿਆ। ਅਸੀਂ ਐਂਟੀਬਾਇਓਟਿਕਸ ਨਹੀਂ ਇੰਨੀ ਜ਼ਿਆਦਾ ਖਾਂਦੇ। ਇੰਡੀਆ ਦੇ ਵਿੱਚ ਤਾਂ ਐਂਟੀਬਾਇਓਟਿਕ ਕੈਂਡੀਆਂ ਨੂੰ ਅਸੀਂ ਖਾਂਦੇ ਸੀਗੇ ਘਰਾਂ ਦੇ ਵਿੱਚ। Yeah, I know. ਹੈ ਨਾ, ਬਿਮਾਰ ਬਹੁਤ ਹੁੰਦੇ ਸੀਗੇ। ਦੇਖੋ, ਡੈਡੀ ਨੇ ਛੋਟੇ ਹੁੰਦੇ ਕਹਿਣਾ ਐਂਟੀਬਾਇਓਟਿਕ ਖਾ ਲਓ, ਖਾ ਲਓ, ਚਲੋ ਜੀ, ਘਰ ਦੀ ਦਵਾਈਆਂ ਦਿੱਤੀ ਤਾਂ ਸੀਗੀ। ਸੋ ਇੱਥੇ ਆ ਕੇ ਐਂਟੀਬਾਇਓਟਿਕ ਖਾਧੀ ਮੈਨੂੰ ਬੜੀ ਦੇਰ ਹੋ ਗਈ, ਸਾਡਾ ਇਮਿਊਨ ਰਿਸਪੌਂਸ ਉਵੇਂ ਨਹੀਂ ਰਿਹਾ। ਤੇ ਜਦੋਂ ਵਾਇਰਸ ਸਾਨੂੰ ਅਟੈਕ ਕਰਦੇ ਨੇ ਤੇ ਦੇ ਟੂ ਟੇਕ ਇਟ ਡਾਊਨ ਰੀਲੀ ਫਾਸਟ। ਸੋ ਬਹੁਤ ਇੱਕ ਕੰਸੀਡਰੇਸ਼ਨ ਕਰਨਾ ਹੈਗਾ। ਬਾਕੀ ਇੰਡੀਆ ਵਰਗੇ ਮੁਲਕਾਂ ਦੇ ਵਿੱਚ ਐਵਰੇਜ ਜੋ ਉਮਰ ਹੈਗੀ, ਲੋਕਾਂ ਦੀ ਉਮਰ ਹੈਗੀ ਆ, ਉਹ ਯੰਗ ਹੈ। ਇੰਡੀਆ ਦੇ ਵਿੱਚ ਐਵਰੇਜ ਉਮਰ 29 ਸਾਲ ਦੀ। ਜ਼ਿਆਦਾਤਰ ਲੋਕ ਜਿਹੜੇ ਬਜ਼ੁਰਗ ਨੇ ਮਰ ਜਾਂਦੇ ਨੇ। ਪਾਕਿਸਤਾਨ ਦੇ ਵਿੱਚ ਐਵਰੇਜ ਜੋ ਉਮਰ ਹੈਗੀ ਹੈ 27 ਸਾਲ ਦੀ। ਇਟਲੀ ਦੇ ਵਿੱਚ ਐਵਰੇਜ ਉਮਰ 44 ਸਾਲ ਦੀ। ਸੋ ਉੱਥੇ ਜ਼ਿਆਦਾ ਬੁੱਢੇ ਲੋਕ ਨੇ, ਹੈ ਨਾ, ਜਵਾਨ ਲੋਕ ਘੱਟ ਨੇ। ਸੋ ਜੇ ਤੁਹਾਡੇ ਜਵਾਨ ਜ਼ਿਆਦਾ ਨੇ ਕਮਿਊਨਿਟੀ ਦੇ ਵਿੱਚ, ਤੇ ਉਹਨਾਂ ਨੂੰ ਜੇ ਕੋਵਿਡ ਹੋ ਵੀ ਜਾਏਗਾ, ਸਰਵਾਈਵ ਕਰ ਜਾਣਗੇ। ਫਲੂ ਟਾਈਪ ਸਿੰਪਟਮ ਹੋਇਆ। ਦਿੱਲੀ ਦੇ ਵਿੱਚ ਸੀਰੋਲੋਜੀਕਲ ਸਟੱਡੀ ਕੀਤੀ ਗਈ ਸੀ, 50% ਲੋਕਾਂ ਨੂੰ ਕੋਵਿਡ ਦੀ ਐਂਟੀਬਾਡੀਜ਼ ਸੀਗੀਆਂ ਉਹਨਾਂ ਦੇ ਵਿੱਚ ਆਲਰੇਡੀ, ਤੇ ਮੋਸਟਲੀ ਲੋਕਾਂ ਨੂੰ ਕੋਵਿਡ ਹੋ ਚੁੱਕਿਆ ਸੀ, ਪਰ ਟੈਸਟਿੰਗ ਲੋਕ ਨਹੀਂ ਕਰਾਉਣ ਗਏ ਕੁਛ ਸਟਿਗਮਾ ਕਰਕੇ। ਹੁਣ ਸਵਾਲ ਆਉਂਦਾ ਫਾਰਮਰਸ ਵਾਸਤੇ। ਫਾਰਮਰਸ ਵਾਸਤੇ ਵੀ ਅਸੀਂ ਦਵਾਈਆਂ ਭੇਜੀਆਂ ਇੰਡੀਆ, ਤੇ ਅਸੀਂ ਦਸੰਬਰ ਦੇ ਵਿੱਚ ਟਰੱਕ ਭਰ ਕੇ ਭੇਜਿਆ ਸੀ ਦਵਾਈਆਂ ਦਾ, ਤੇ ਚੰਡੀਗੜ੍ਹ ਤੋਂ, ਤੇ ਬਾਕੀ ਵੀ ਦਵਾਈਆਂ ਅਸੀਂ ਭੇਜਦੇ ਰਹਿੰਦੇ ਹਾਂ। ਤੇ ਉੱਥੇ ਡਾਕਟਰ ਨਾਲ ਗੱਲਾਂ ਹੁੰਦੀਆਂ। ਉੱਥੇ ਕਾਫੀ ਸਾਲ ਦੀ ਤਕਲੀਫ ਲੋਕਾਂ ਨੂੰ ਹੈਗੀ ਹੈ, ਕਾਫੀ ਉਹਨਾਂ ਨੂੰ ਖਾਂਸੀ ਲੱਗਦੀ ਹੈ, ਜ਼ੁਕਾਮ ਹੈਗਾ, ਬੁਖਾਰ ਵੀ ਹੁੰਦਾ ਹੈ, ਤੇ ਉਹਨਾਂ ਨੂੰ ਦਵਾਈਆਂ ਦੀ ਲੋੜ ਪੈਂਦੀ ਹੈ ਇਹਨਾਂ ਚੀਜ਼ਾਂ ਦੀ। ਪਰ ਜਦੋਂ ਮੈਂ ਪੁੱਛੋ ਵੀ ਤੁਸੀਂ ਕੋਵਿਡ ਸ਼ਾਇਦ ਹੋਵੇ, ਡਾਕਟਰ ਸਾਹਿਬ ਉਹ ਕੋਵਿਡ ਦਾ ਟੈਸਟ ਕਰਾਉਣਾ ਹੀ ਨਹੀਂ ਚਾਹੁੰਦੇ, ਕਿਉਂਕਿ ਪੋਲੀਟੀਕਲ ਕੈਂਪੇਨ ਚੱਲ। ਜੇ ਉਹਨਾਂ ਨੇ ਟੈਸਟ ਕਰਾਇਆ ਕੋਵਿਡ ਦਾ, ਤਾਂ ਸਰਕਾਰ ਨੂੰ ਹਥਿਆਰ ਮਿਲ ਜਾਏਗਾ ਉਹਨਾਂ ਨੂੰ ਚੱਕਣ। ਤੇ ਪੇਜ ਉਹਨਾਂ ਨੇ ਇਹ ਡਿਸਾਈਡ ਕਰ ਲਿਆ ਫਾਰਮਰਸ ਨੇ, ਅਸੀਂ ਮਰ ਜਾਵਾਂਗੇ, ਪਰ ਕੋਵਿਡ ਦਾ ਟੈਸਟ ਨਹੀਂ ਸੀ। Right. ਇਸ ਕਦਮ ਸੁਣਨ। Right, yeah, so it makes sense. It's more kind of a political battle, कि उते health grounds ਦੇ ਉੱਪਰ ਕੋਈ ਗੱਲ ਨਹੀਂ ਹੋ ਰਹੀ. This is more kind of a political battle now. ਹਾਂਜੀ, ਇੰਟਰਨਲ ਵੀ ਡਾਕਟਰਾਂ ਗੱਲਾਂ ਹੋਈਆਂ। ਮੈਂ ਸਾਲਾਂ ਨੂੰ ਪੁੱਛਿਆ, ਮੈਂ ਡਾਕਟਰ ਸਾਹਿਬ, ਤੇ ਡਾਕਟਰ ਬਲਬੀਰ ਸਿੰਘ ਹੈਗੇ ਪਟਿਆਲੇ ਤੋਂ, ਉਹਨਾਂ ਦੇ ਕੋਲ ਦਵਾਈਆਂ ਭੇਜੀਆਂ, ਤੇ ਮੈਂ ਤੁਸੀਂ ਤੇ ਕੈਂਪ ਲਗਾਇਆ ਹੋਇਆ, ਤੇ ਜਾਣਦੇ ਹੋ, ਬਾਕੀ ਡਾਕਟਰ ਜਾਣਦੇ ਨੇ, ਬਾਕੀ ਹੋਰ ਡਾਕਟਰ ਮੇਰੀ ਗੱਲਾਂ ਹੁੰਦੀਆਂ ਨੇ। ਦੱਸੋ ਮੈਨੂੰ ਕੋਈ ਇਨਫੋਰਮੇਸ਼ਨ ਦਿਓ ਵੀ ਕੋਵਿਡ ਸਾਡੇ ਬਹੁਤ ਹੈਗਾ, ਫਾਰਮਰਸ ਨੂੰ ਕਿਉਂ ਨਹੀਂ ਹੈਗਾ। ਉੱਥੇ ਵੀ ਮਤਲਬ ਇੰਟਰਨਲ ਖਬਰ ਕੀ ਹੈ। ਹਾਂਜੀ, ਉਹਨਾਂ ਨੂੰ ਬਹੁਤ ਸਾਰੀ ਤਕਲੀਫ ਹੁੰਦੀ ਹੈ, ਬੁਖਾਰ ਹੋ ਰਿਹਾ ਹੈ, ਫਲੂ ਟਾਈਪ ਸਿੰਪਟਮਸ ਹੁੰਦੇ ਨੇ, ਉਹਨਾਂ ਨੂੰ ਗਲਾ ਖਰਾਬ ਹੋ ਜਾਂਦਾ, ਵੈਰੀ ਕਾਮਨ ਹੈਗਾ, ਡਾਇਰੀਆ ਬਹੁਤ ਕਾਮਨ ਹੋ ਰਿਹਾ ਉੱਥੇ। ਸੋ ਕਾਫੀ ਜ਼ਿਆਦਾ ਸਿੰਪਟਮਸ ਹੋ ਰਹੇ ਨੇ, ਪਰ ਉਹ ਕੋਵਿਡ ਟੈਸਟ ਕਰਾਉਣ ਨਹੀਂ ਜਾਂਦੇ ਲੋਕ। ਅਚਾਨਕ ਮੌਤ ਹੋ ਜਾਂਦੀ ਹੈ, ਉਹਨੂੰ ਅਸੀਂ ਹਾਰਟ ਅਟੈਕ ਕਹਿ ਦਿੰਦੇ ਹਾਂ, ਤੇ ਸ਼ਾਇਦ ਉਹ ਕੋਵਿਡ ਉਹਦੇ ਵਿੱਚ ਹੋਵੇ। right. So thank you Dr. Kapoor, it's very nice talking to you today। ਕਿ ਬਹੁਤ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਡੀ ਕਮਿਊਨਿਟੀ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਇਸ ਪਲੇਟਫਾਰਮ ਦੇ ਥਰੂ ਲੋਕਾਂ ਵਿੱਚ ਜਾਣਗੀਆਂ, ਤੇ ਪੀਪਲ ਵਿਲ ਬੀ ਵੈਰੀ ਇਨਲਾਈਟਨਡ ਐਂਡ ਉਹਨਾਂ ਨੂੰ ਨੌਲੇਜ ਆਏਗੀ ਇਸ ਬਾਰੇ। ਸੋ ਜਾਂਦੇ ਜਾਂਦੇ what you wanna tell
to my audience? ਹਾਂਜੀ, ਇੱਕ ਰਿਕੁਐਸਟ ਮੈਂ ਸਾਰਿਆਂ ਕੋਲੇ ਹੈਗੀ, ਜੇ ਮੇਰੀ ਹੈਲਪ ਕਰ ਸਕਦੇ ਹੋ ਸਾਰੇ, ਸਾਰਿਆਂ ਦੀ ਮੇਰੀ ਕਮਿਊਨਿਟੀ ਅੱਗੇ ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ। ਇੱਕ ਅਸੀਂ ਕਲੀਨਿਕਲ ਟਰਾਇਲ ਲੈ ਕੇ ਆਏ ਹਾਂ ਅਲਬਰਟਾ ਦੇ ਵਿੱਚ। ਉਹ ਕਲੀਨਿਕਲ ਟਰਾਇਲ ਹੈਗਾ ਜਿਨ੍ਹਾਂ ਲੋਕਾਂ ਨੂੰ ਕੋਵਿਡ ਹੈਗਾ ਇਸ ਤੇ, ਜਾਂ ਜਿਨ੍ਹਾਂ ਨੂੰ ਕੋਵਿਡ ਹੋਏਗਾ ਫਿਊਚਰ ਦੇ ਵਿੱਚ। ਤੇ ਜੇ ਤੁਹਾਨੂੰ ਵਿਦਿਨ 7 ਦਿਨਾਂ ਦੇ ਵਿੱਚ ਤੁਸੀਂ ਨੋਟੀਫਾਈ ਕਰਦੇ ਹੋ, ਜਾਂ ਅਲਬਰਟਾ ਹੈਲਥ ਸਰਵਿਸਿਜ਼ ਜਾਂ ਸਾਡੀ ਲੈਬ ਜਦੋਂ ਨੋਟੀਫਾਈ ਕਰਦੀ ਹੈ 7 ਦਿਨਾਂ ਦੇ ਤੁਹਾਨੂੰ ਸਿੰਪਟਮਸ ਕੋਈ ਵੀ ਹੁੰਦੇ ਨੇ, ਕੋਈ ਵੀ ਸਿੰਪਟਮ ਹੁੰਦੇ ਨੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਸਾਡੀ ਲੈਬ ਨੂੰ, ਸਾਡੇ ਕਲੀਨਿਕ ਨੂੰ। ਤੇ ਅਸੀਂ ਪੇਸ਼ੈਂਟ ਨੂੰ ਐਨਰੋਲ ਕਰ ਰਹੇ ਹਾਂ, ਆਊਟ ਪੇਸ਼ੈਂਟਸ ਜਿਹੜੇ ਕਿ ਘਰਾਂ ਦੇ ਵਿੱਚ ਲੋਕ ਨੇ। ਦੇਖਣਾ ਚਾਹੁੰਦੇ ਹਾਂ ਵੀ ਜੇ ਅਸੀਂ ਕੁਝ ਦਵਾਈਆਂ ਦਈਏ, ਕੁਝ ਖਾਸ ਦਵਾਈਆਂ ਸਪੈਸ਼ਲ ਨਹੀਂ ਹੈਗੀਆਂ, ਕੋਸ਼ਿਸ਼ ਦੀ ਗੋਲੀ ਹੈ ਤੇ ਐਸਪੀਰੀਨ ਦੀ ਗੋਲੀ ਹੈ, ਇਹ ਦਵਾਈਆਂ ਦੇ ਨਾਲ ਅਸੀਂ ਉਹਨਾਂ ਜਿਹੜਾ ਪ੍ਰੋਗਰੈਸ਼ਨ ਹੈਗਾ ਹਸਪਤਾਲ ਜਾਣ ਦਾ, ਅਸੀਂ ਰੋਕ ਲਈਏ ਤੇ ਘਰੇ ਹੀ ਸ਼ਾਇਦ ਉਹਨੂੰ ਅਸੀਂ ਬੈਟਰ ਕਰ। ਤੇ ਜੇ ਕੋਈ ਵੀ ਇਨਸਾਨ ਇਹ ਮੈਸੇਜ ਕਮਿਊਨਿਟੀ ਦੇ ਵਿੱਚ ਪਹੁੰਚਾ ਸਕਦਾ ਹੈ, ਲੋਕਾਂ 'ਚ ਅਵੇਅਰਨੈਸ ਲਿਆ ਸਕਦਾ ਹੈ। ਇਹ ਜੂਨ ਤੱਕ ਕਲੀਨਿਕਲ ਟਰਾਇਲ ਚੱਲ ਰਿਹਾ ਹੈ। ਅਸੀਂ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਮੇਰੇ ਕਮਿਊਨਿਟੀ ਦੇ ਲੋਕ ਵਿੱਚ ਪਾਰਟਿਸਿਪੇਟ ਕਰਨ, ਜਿਹਦੇ ਨਾਲ ਅਸੀਂ ਵੀ ਆਪਣੀ ਇੱਕ ਕਮਿਊਨਿਟੀ ਦੀ ਯੋਗਦਾਨ ਪਾ ਸਕੀਏ ਵਰਲਡ ਲੈਵਲ ਦੇ ਉੱਪਰ। ਇਹ 12 ਮੁਲਕਾਂ ਦੇ ਵਿੱਚ ਕਲੀਨਿਕਲ ਟਰਾਇਲ ਚੱਲ ਰਿਹਾ, ਬੜੀ ਮੁਸ਼ਕਲ ਦੇ ਨਾਲ ਮੈਂ ਚੱਲ ਕੇ ਲੈ ਕੇ ਆਇਆ। ਤਾਂ ਮੈਨੂੰ ਸੱਚੀ ਮੁੱਚੀ ਸਹਿਯੋਗ ਦੀ ਲੋੜ ਹੈ, ਕਿਉਂਕਿ ਪੇਸ਼ੈਂਟ ਅਲਬਰਟਾ ਗਵਰਨਮੈਂਟ ਨਾਲ ਮੇਰੀ ਗੱਲ ਹੋਈ ਸੀ ਇਸ ਦੇ ਨਾਲ, ਉਹ ਡੇਟਾ ਸ਼ੇਅਰ ਕਰਨ ਨੂੰ ਤਿਆਰ ਨਹੀਂ। ਜਦੋਂ ਕਿਸੇ ਨੂੰ ਪੋਜ਼ਿਟਿਵ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਵੀ ਟੈਸਟ ਪੋਜ਼ਿਟਿਵ ਆ ਗਿਆ, ਉਹ ਪੇਸ਼ੈਂਟ ਨੂੰ ਹੀ ਦੱਸਿਆ ਜਾਂਦਾ ਹੈ। ਉਹ ਟਰਾਇਲ ਦੀ ਆਪਸ਼ਨ ਨਹੀਂ ਦੇਣਾ ਚਾਹੁੰਦੇ, ਉਹ ਸਾਨੂੰ ਵੀ ਨੋਟੀਫਾਈ ਨਹੀਂ ਕਰਦੇ। ਸਾਡੇ ਕੋਲੇ ਹੋਰ ਕੋਈ ਰਸਤਾ ਨਹੀਂ ਹੈਗਾ, ਜ਼ਰੀਆ ਨਹੀਂ ਹੈਗਾ, ਸਵਾਏ ਕਮਿਊਨਿਟੀ ਦੇ ਵਿੱਚ ਜਾ ਕੇ ਵਾਰ-ਵਾਰ ਇਸ ਗੱਲ ਕਰਨ ਦਾ, ਫਿਰ ਲੋਕਾਂ ਤੱਕ ਪਹੁੰਚ। ਇੱਥੇ ਮੈਂ ਪੁੱਛਣਾ ਚਾਹੁੰਦੀ, ਜਿਵੇਂ ਹੁਣ ਅਸੀਂ ਤੁਹਾਨੂੰ, ਸਾਡੀ ਫੈਮਿਲੀ ਨੇ ਤੁਹਾਨੂੰ ਕੰਟੈਕਟ ਕੀਤਾ ਸੀਗਾ ਜਦ ਸਾਨੂੰ ਕੋਵਿਡ ਹੋ ਚੁੱਕਿਆ ਸੀਗਾ। ਸੋ ਤੁਹਾਡੀ ਲੈਬ ਵਿੱਚੋਂ ਤੁਹਾਡੇ ਲੈਬ ਟੈਕਨੀਸ਼ੀਅਨਸ ਦੇ ਕੇਮ ਹੋਮ, ਤੇ ਅਸੀਂ ਪੂਰੀ ਸੋਸ਼ਲ ਡਿਸਟੈਂਸਿੰਗ ਦੇ ਨਾਲ ਉਹਨਾਂ ਨੂੰ ਅਸੀਂ ਆਪਣੇ ਸਪੁਟਮ ਦੇ ਸੈਂਪਲਸ ਦਿੱਤੇ ਸੀ। ਉਸ ਤੋਂ ਬਾਅਦ 24 ਆਵਰਸ ਦੇ ਵਿੱਚ ਰਿਜ਼ਲਟ ਆ ਗਿਆ ਸੀਗਾ ਕਿ ਕਿਹਦੇ ਲੋਡ ਜਿਹੜਾ ਹੈ ਬੋਡੀਜ਼ ਦਾ ਜਾਂ ਕੋਵਿਡ ਦਾ ਜਿਹੜਾ ਲੋਡ ਹੈ ਉਹ ਕਿਸੇ ਤੇ ਕਿੰਨਾ ਹੈ। ਸੋ ਇਸ ਤੋਂ ਬਾਅਦ, ਸੋ ਨਾਓ ਦ ਕਲੀਨਿਕਲ ਟਰਾਇਲ ਇਜ਼, ਇਸ ਤੋਂ ਬਾਅਦ ਕੀ ਸਟੈਪ ਹੈ? ਹਾਂਜੀ, ਨਹੀਂ ਉਹ ਐਗਜ਼ੈਕਟ, ਥੈਂਕ ਯੂ। ਮੈਂ ਪ੍ਰਾਈਵੇਸੀ ਮੈਂ ਬ੍ਰੀਚ ਨਹੀਂ ਕਰ ਸਕਦਾ, ਤੁਸੀਂ ਆਪਣੀ ਪ੍ਰਾਈਵੇਸੀ ਸ਼ੇਅਰ ਕਰ ਇਟਸ ਸਕਦੇ ਹੋ। ਓਕੇ, ਯਾ ਨਹੀਂ, ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵੀ ਹੈਵ ਡਨ ਦੈਟ। ਸੋ ਇਸ ਹਾਂਜੀ ਤਰੀਕੇ ਦੇ ਨਾਲ ਬਾਕੀ ਲੋਕਾਂ ਨੂੰ ਆਉਣਾ ਚਾਹੀਦਾ, ਹਾਂਜੀ ਐਟਲੀਸਟ ਵੀ ਸ਼ੁੱਡ ਨੋ ਕਿ ਸਾਡੇ ਤੇ ਵਾਇਰਸ ਦਾ ਲੋਡ ਕਿੰਨਾ ਹੈ। ਵੀ ਥੈਂਕ ਨੀਡ ਯੂ ਟੂ ਨੋ ਤੁਹਾਡਾ ਐਂਟੀਬਾਡੀਜ਼ ਐਂਡ ਐਵਰੀਥਿੰਗ। ਤੁਹਾਡਾ ਬਹੁਤ ਸ਼ੁਕਰੀਆ ਸੀ ਉਹਦਾ, ਕਿਉਂਕਿ ਉਸ ਟਾਈਮ ਦੇ ਵਿੱਚ ਜਦੋਂ ਤੁਹਾਡੀ ਹੈਲਪ ਸਾਨੂੰ ਮਿਲੀ ਸੀ, ਅਸੀਂ ਅਲਬਰਟਾ ਗਵਰਨਮੈਂਟ ਨੂੰ ਰੀਚ ਆਊਟ ਕੀਤਾ ਸੀ। ਕੋਵਿਡ ਟੈਸਟ ਸਾਡੇ ਸਾਇੰਟਿਸਟਾਂ ਨੇ ਬਣਾ ਲਿਆ ਸੀ ਕੈਲਗਰੀ ਦੇ ਵਿੱਚ, ਰੈਪਿਡ ਪੀਸੀਆਰ ਟੈਸਟ। ਤੇ ਅਸੀਂ ਕੋਵਿਡ ਦੇ ਨਾ ਸੈਂਪਲ ਲੱਭ ਰਹੇ ਸੀ ਪੇਸ਼ੈਂਟਸ ਤੋਂ, ਕਿ ਸਾਨੂੰ ਸੈਂਪਲ ਦੇ ਦਿਓ ਕਿ ਜਿਹਨਾਂ ਅਸੀਂ ਟੈਸਟ ਕਰਕੇ ਦੇਖ ਲਈ ਕਲੀਨਿਕਲੀ ਕਿ ਲੈਬ ਦੇ ਵਿੱਚ ਸਿੰਥੈਟਿਕ ਕੋਵਿਡ ਦੇ ਉੱਪਰ ਅਸੀਂ ਬਣਾਇਆ ਹੈ, ਆਰਟੀਫੀਸ਼ੀਅਲ ਕੋਵਿਡ ਦੇ ਉੱਪਰ ਅਸੀਂ ਰੀਅਲ ਕੋਵਿਡ ਨੂੰ ਦੇਖਣਾ ਚਾਹੁੰਦੇ ਸੀ। ਤੇ ਸਾਨੂੰ ਕੁਝ ਸੈਂਪਲ ਚਾਹੀਦੇ ਸੀਗੇ, ਤੇ ਸਾਨੂੰ ਅਲਬਰਟਾ ਪ੍ਰੋਵਿੰਸ਼ੀਅਲ ਲੈਬ ਤੋਂ ਸਾਨੂੰ ਕੋਈ ਸੈਂਪਲ ਨਹੀਂ ਮਿਲੇ। ਬਹੁਤ ਟਰਾਈ ਕੀਤਾ, ਮਨਾ ਕਰ ਤੇ ਬਸ ਜਲੇਬੀਆਂ ਘੁਮਾਉਂਦੇ। ਰਾਈਟ। ਸੋ ਤੁਸੀਂ ਥੈਂਕ ਯੂ, ਤੁਸੀਂ ਸਾਰੇ ਫੈਮਿਲੀ ਨੇ ਹੈਲਪ ਕੀਤੀ ਤੇ ਸੈਂਪਲ ਦਿੱਤਾ, ਤੇ ਸਾਇੰਟਿਸਟ ਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਵੀ ਉਹ ਜਿਹੜਾ ਟੈਸਟ ਤੁਸੀਂ ਉਹਨਾਂ ਨੇ ਕੰਮ ਕੀਤਾ, ਬਣਾਇਆ ਸੀ, ਸੱਚੀ ਮੁੱਚੀ ਕੰਮ ਕਰਦਾ। ਤਾਂ ਵਾਇਰਲ ਲੋਡ ਕਿੰਨਾ ਚੰਗਾ, ਤੇ ਦੇ ਉਹਦੇ ਕੋਲ ਲੋ ਵਾਇਰਲ ਲੋਡ, ਤੇ ਉਹਦੇ ਨਾਲ ਤੁਸੀਂ ਇੱਕ ਸਾਇੰਸ ਨੂੰ ਅੱਗੇ ਲੈ ਕੇ ਆਏ, ਜਿਸ ਕਰਕੇ ਇਹ ਟੈਸਟ ਮਾਰਕੀਟ ਦੇ ਵਿੱਚ ਆ ਸਕਿਆ, ਜਿਸ ਕਰਕੇ ਇਹ ਟੈਸਟ ਲੋਕਾਂ ਤੱਕ ਹੈਗਾ। ਲੋਕ ਹੁਣ ਟਰੈਵਲ ਕਰ ਸਕਦੇ ਨੇ ਰਿਪੋਰਟ ਲੈ ਕੇ, ਇੰਡੀਆ ਪਾਕਿਸਤਾਨ ਜਾ ਸਕਦੇ। ਰਾਈਟ। ਉਦਾਂ ਹੀ ਇਹ ਕਲੀਨਿਕਲ ਟਰਾਇਲ ਹੈ, ਤੇ ਲੋਕ ਘਰੇ ਬੈਠੇ ਨੇ ਇਸ ਵੇਲੇ। ਕੋਈ ਕਿਸੇ ਨੂੰ ਵਿਟਾਮਿਨ ਸੀ ਲੈ ਲੈਂਦਾ, ਕੋਈ ਜ਼ਿੰਕ ਲੈ ਲੈਂਦਾ, ਕੋਈ ਟਾਈਨੋਲ ਦੀ ਗੋਲੀ ਲੈ ਲੈਂਦਾ, ਜਿਹਨੂੰ ਫਲੂ ਟਾਈਪ ਸਿੰਪਟਮ ਕੋਵਿਡ ਦੇ ਹੁੰਦੇ ਨੇ। ਪਰ ਅਸੀਂ ਇੱਕ ਨਵੀਂ ਦਵਾਈ ਜੋ ਆਮ ਮਾਰਕੀਟ 'ਚ ਮਿਲਦੀਆਂ ਨੇ, ਇਹ ਐਂਟੀ ਇਨਫਲੇਮੇਟਰੀ ਗੋਲੀਆਂ ਨੇ। ਕੋਸ਼ਿਸ਼ਿੰਗ ਦੀ ਗੋਲੀ ਅਸੀਂ ਗਾਊਟ ਦੇ ਵਿੱਚ ਯੂਜ਼ ਕਰਦੇ ਹਾਂ, ਸਾਲਾਂ ਤੋਂ ਯੂਜ਼ ਕਰਦੇ ਆ ਰਹੇ, ਜੈਨੇਰਿਕ ਹੈ। 81 ਮਿਲੀਗ੍ਰਾਮ ਦੀ ਐਸਪਿਨ ਦੀ ਗੋਲੀ ਘਰਾਂ ਦੇ ਵਿੱਚ ਪਈ ਆ, ਅਸੀਂ ਆਪ ਦੇ। ਹਾਂਜੀ, ਜਾਂ ਬੇਬੀ ਅਸੀਂ ਐਸਪਿਨ। ਦਵਾਈਆਂ 2 ਗੋਲੀਆਂ ਨੂੰ ਇਕੱਠੀਆਂ ਕਰਕੇ, ਕੋਸ਼ਿਸ਼ਿੰਗ ਤੇ ਐਸਪਿਨ ਦੀ ਗੋਲੀ ਇਕੱਠੀ ਕਰਕੇ ਦੇਖਣਾ ਚਾਹੁੰਦੇ ਆ ਵੀ ਜੇ ਕੋਵਿਡ ਦੇ ਵਿੱਚ ਨਾ ਇਨਫਲੇਮੇਸ਼ਨ ਦਾ ਰਿਸਪੌਂਸ ਬਹੁਤ ਹੁੰਦਾ, ਇਨਫਲੇਮੇਟਰੀ ਸਟੋਰਮ ਆ ਜਾਂਦਾ ਜ਼ਿੰਦਗੀ ਸਰੀਰ ਦੇ ਵਿੱਚ। ਤੇ ਜੇ ਇਨਫਲੇਮੇਸ਼ਨ ਅਸੀਂ ਘਰ ਦੇ ਵਿੱਚ ਘਟਾ ਲਈਏ ਦਵਾਈ ਦੇ ਨਾਲ, ਹੋ ਸਕਦਾ ਹਸਪਤਾਲ ਤੱਕ ਸਾਡੀ ਡਿਜ਼ੀਜ਼ ਨਾ ਵਧੇ, ਬਿਮਾਰੀ ਨਾ ਵਧੇ, ਸਾਨੂੰ ਆਈਸੀਯੂ ਨਾ ਜਾਣਾ ਪੈ ਜਾਵੇ, ਐਡਮਿਟ ਨਾ ਹੋਣਾ ਪੈ ਜਾਵੇ, ਅਸੀਂ ਜਲਦੀ ਰਿਕਵਰ ਹੋ ਸਕਦੇ ਹਾਂ। ਅਸੀਂ ਇੱਕ ਹੋਰ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਵਿਡ ਨੇ ਤਾਂ ਇੰਨੀ ਜਲਦੀ ਜਾਣਾ ਨਹੀਂ ਹੈਗਾ ਕਮਿਊਨਿਟੀ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚੋਂ। ਵੀ ਜੇ ਘਰੇ ਬੈਠੇ ਹੀ ਇਹ ਜਿਹੇ ਕੋਈ ਟ੍ਰੀਟਮੈਂਟ ਸਾਨੂੰ ਮਿਲ ਜਾਣ ਵੀ ਸਾਡੀ ਜ਼ਿੰਦਗੀ ਬਿਹਤਰ ਹੋ ਜਾਵੇ, ਉਹਦੇ ਵਾਸਤੇ ਸਾਨੂੰ ਸਹਿਯੋਗ ਦੀ ਲੋੜ ਹੈ, ਹੈਲਪ ਦੀ ਲੋੜ ਹੈ। ਜਦੋਂ ਤੱਕ ਸਾਨੂੰ ਲੋਕ ਨਹੀਂ ਸਹਿਯੋਗ ਦੇਣਗੇ, ਅਸੀਂ ਬਾਕੀ ਲੋਕਾਂ ਦੀ ਹੈਲਪ ਨਹੀਂ ਕਰਾਂਗੇ। ਵਰਚੁਅਲ ਫੋਨ ਤੇ ਹੀ ਕੰਸੈਂਟ ਹੋ ਜਾਏਗੀ ਤੁਹਾਡੀ, ਤੇ ਦਵਾਈਆਂ ਤੁਹਾਡੇ ਘਰੇ ਡਿਲੀਵਰ ਹੋ ਜਾਣਗੀਆਂ, ਤੁਹਾਨੂੰ ਕੋਈ ਕਾਸਟ ਨਹੀਂ ਪਈ। ਓਕੇ, ਸੋ ਯਾ ਦਿਸ ਇਜ਼ ਅਭੀ ਇਟਸ ਵੈਰੀ ਈਜ਼ੀ ਕਿ ਸਿਰਫ ਤੁਹਾਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਫੋਨ ਨੰਬਰ ਕਿਹੜੇ ਨੇ, ਜੇ ਤੁਸੀਂ ਉਹ ਨੰਬਰ ਵੀ ਦੱਸ ਦਿਓ, ਦੈਨ ਵੀ ਵਿਲ ਡਿਸਪਲੇ ਔਨ ਹੇਅਰ ਟੂ। ਤੇ ਤੁਸੀਂ ਉਹ ਫੋਨ ਨੰਬਰ ਦੱਸੋ ਕਿਹਦੇ ਤੇ ਕਾਲ ਕੀਤੀ ਜਾਵੇ।
ਹਾਂਜੀ, ਤੁਸੀਂ ਕਲੀਨਿਕ ਦਾ ਨੰਬਰ ਹੈਗਾ ਐਡਵਾਂਸਡ ਕਾਰਡੀਓਲੋਜੀ ਦੇ ਨੰਬਰ ਫੋਨ ਕਰ ਸਕਦੇ ਹੋ 4032354109। ਤੁਸੀਂ ਪੁੱਛ ਸਕਦੇ ਹੋ ਕਿ ਅਸੀਂ ਕੋਵਿਡ ਟ੍ਰਾਇਲ ਦੇ ਵਿੱਚ ਪਾਰਟਿਸਿਪੇਟ ਕਰਨਾ ਹੈ ਤੇ ਤੁਹਾਨੂੰ ਉੱਥੇ ਕੋਈ ਨਾ ਕੋਈ ਰਿਸੈਪਸ਼ਨਿਸਟ ਗਾਈਡ ਕਰ ਸਕਦੀ ਹੈ। ਤੁਸੀਂ cardiai ਵੈਬਸਾਈਟ ਤੇ ਜਾ ਸਕਦੇ ਹੋ, ਉੱਥੇ ਮੈਸੇਜ ਈਮੇਲ ਕਰ ਸਕਦੇ ਹੋ cardiai.com, ਜਾਂ ਤੁਸੀਂ ਉੱਥੇ cardiai ਦਾ 1-800 ਨੰਬਰ ਹੈਗਾ ਵੈਬਸਾਈਟ ਦੇ ਉੱਪਰ, ਤੁਸੀਂ ਉਹ ਤੋਂ 1-800 ਨੰਬਰ ਲੈ ਕੇ ਤੁਸੀਂ ਫੋਨ ਕਰ ਸਕਦੇ ਹੋ ਕਾਰਡੀਆ ਲੈਬ ਦੇ ਵਿੱਚ, ਤੇ ਉੱਥੇ ਤੁਹਾਨੂੰ ਨੋਟ ਕਰ ਲੈਣਗੇ, ਨਰਸ ਨੰਬਰ ਲਾ ਦੇਣਗੇ ਤੇ ਤੁਹਾਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ, ਦਵਾਈਆਂ ਤੁਹਾਡੇ ਤੱਕ ਅਸੀਂ ਪਹੁੰਚਾ। Thank you, Dr. Kapoor. It was so nice talking to you. Yeah, have a good night. Thanks. Sat Shri Akal. ਦੋਸਤੋ ਇਹ ਸੀ ਡਾਕਟਰ ਅਨਮੋਲ ਕਪੂਰ ਸਾਡੇ ਨਾਲ ਅੱਜ ਗੱਲ ਕਰ ਰਹੇ ਸੀ ਅਬਾਊਟ ਜਿਹੜੀ ਵੈਕਸੀਨੇਸ਼ਨ ਰੋਲ ਓਵਰ ਬਾਰੇ। ਸੋ ਆਈ ਹੋਪ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ ਤੇ ਪਲੀਜ਼ ਜਿੱਥੇ ਵੈਕਸੀਨਸ ਅਵੇਲੇਬਲ ਨੇ, ਜੇ ਤੁਸੀਂ ਉਸ ਫੇਜ਼ ਦੇ ਵਿੱਚ ਏਜ ਗਰੁੱਪ ਦੇ ਫੇਜ਼ ਵਿੱਚ ਆ ਰਹੇ ਹੋ ਤਾਂ ਪਲੀਜ਼ ਗੋ ਐਂਡ ਟੇਕ ਦਿਸ ਓਪਰਚੁਨਿਟੀ ਤੇ ਤੁਸੀਂ ਵੈਕਸੀਨੇਸ਼ਨ ਲਵਾਓ ਤਾਂ ਜੋ ਅਸੀਂ ਆਪਣੀਆਂ ਪ੍ਰੋਪਰ 2 ਡੋਜ਼ ਲੈ ਕੇ ਉਸ ਤੋਂ ਬਾਅਦ ਵੀ ਸ਼ੁੱਡ ਓਪਨ ਫॉर द ਬਿਜ਼ਨੈਸਸ। ਇਹ ਸੋਸਾਇਟੀ ਸਾਡੀ ਜਿਹੜੀ ਕਮਿਊਨਿਟੀ ਹੈ, ਲੈਟਸ ਅਲਬਰਟਾ ਹੈ ਔਰ ਕੈਨੇਡਾ ਹੈ, ਵੀ ਸ਼ੁੱਡ ਓਪਨ ਇਟ ਅਗੇਨ। ਅਸੀਂ ਵਿਦਆਊਟ ਮਾਸਕ ਤੋਂ, ਵਿਦਆਊਟ ਕਿਸੇ ਹੈਜ਼ੀਟੇਸ਼ਨ ਤੋਂ ਅਸੀਂ ਇੱਕ ਦੂਜੇ ਨੂੰ ਮਿਲ ਸਕੀਏ। ਐਂਡ ਜਿੱਥੇ ਤੱਕ ਮੇਰਾ ਹੁਣ ਮੰਨਣਾ ਹੈ, ਈਵਨ ਹੁਣ ਸਾਇੰਸ ਵੀ ਇਹ ਕਹਿ ਰਹੀ ਹੈ, ਈਵਨ ਸਾਡੇ ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਦੇ ਜਿੰਨੇ ਵੀ ਅਥਾਰਟੀਜ਼ ਨੇ ਉਹ ਕਹਿ ਰਹੇ ਨੇ ਕਿ ਦਿਸ ਇਜ਼ ਨਾਟ ਪੈਂਡੈਮਿਕ ਐਨੀਮੋਰ, ਦਿਸ ਇਜ਼ ਐਂਡੈਮਿਕ। ਸੋ ਮੈਨੂੰ ਲੱਗਦਾ ਕਿ ਜਿਵੇਂ ਅਸੀਂ ਹੁਣ ਤੱਕ ਬਾਕੀ ਦੂਸਰੇ ਫਲੂਜ਼ ਦੀਆਂ ਇੰਜੈਕਸ਼ਨਸ ਲੈ ਰਹੇ ਨੇ, ਹਰ ਸਾਲ ਸਾਨੂੰ ਇਹਨਾਂ ਦੇ ਵੀ ਇੰਜੈਕਸ਼ਨਸ ਲੈਣੇ ਪੈਣਗੇ, ਡਿਊਰੇਸ਼ਨ ਦੇ ਹਿਸਾਬ ਨਾਲ ਇੰਜੈਕਸ਼ਨ ਲੈਣੇ ਪੈਣਗੇ। ਸੋ ਪਲੀਜ਼ ਫੋਲੋ ਦ ਰੂਲਸ ਐਂਡ ਵੀ ਵਿਲ ਸੀ ਯੂ ਵੈਰੀ ਸੂਨ। Deepshika Brar signing out. Please like, share and subscribe and you have a wonderful day.